ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੱਕਰ ਚਿਹਨ ਅਰ ਬਰਨ ਜਾਤ, ਹਰ ਪਾਤ ਨਹਿਨ ਜਿਹ। ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ, ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਨ, ਸਾਹੇ ਸਾਹਾਨ ਗਣਿਜੈ। ਤਿਰ ਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ। ਤਵੈ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ। ਦਸਮ ਕਥਾ ਪਉ ਗਉਤ ਕੀ, ਪਾਖਾ ਕਰੀ ਬਨਾਏ। ਅਵਰ ਵਾਸਨਾ ਨਾਹੀਂ ਪ੍ਰਭ, ਧਰਮ ਜੁਧ ਕੇ ਚਾਏ। ਧਨ ਜੀਉ ਤਿਹ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ। ਦੇਹ ਅਨਿਤ ਨ ਨਿਤ ਰਹੈ, ਜਸ ਨਾਵ ਚੜ੍ਹੈ ਪਵ ਸਾਗਰ ਤਾਰੈ। ਧੀਰਜ ਧਾਮ ਬਨਾਏ ਇਹ ਤਨ, ਬੁੱਧ ਸੋ ਦੀਪਕ ਜਿਉ ਉਜਿਆਰੈ। ਗਿਆਨ ਹੈ ਕਿ ਵੱਢਣੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੈ। ਹਸ ਕਿਰਪਾਨ ਖੰਡੋ ਖੜਗ, ਤੁਬਕ ਤਬਰ ਅਰ ਤੀਰ। ਸੈਫ ਸਰੋਹੀ ਸਹਿਥੀ, ਯਹ ਹਮਾਰੇ ਪੀਰ। ਸਗਲ ਦੁਆਰ ਕੋ ਛਾੜ ਕੇ, ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ, ਗੋਵਿੰਦ ਦਾਸ ਤੁਹਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੁਜੰਗ ਭਰਿਆਤ ਛੰਦ, ਭਜਿਓ ਸਾਹ ਪਹਾੜ ਤਾਜੀ ਤਿਰਪਾਯੰ। ਚੱਲਿਓ ਬੀਰੀਆ ਤੀਰੀਆ ਨਾ ਚਲਾਯੰ। ਜਸੋ ਡੱਡ ਵਾਲੰ ਮਦ ਕਰ ਸੋ ਸਾਹੰ। ਭਜੋ ਸੰਗ ਲੈ ਕੇ ਸੋ ਸਾਰੀ ਸਿਪਾਹੰ। ਭਜਿਓ ਸਾਹ ਪਹਾੜ ਤਾਜੀ ਤਿਰਪਾਯੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਕਲਗੀਧਰ ਪਿਤਾ ਅੰਮ੍ਰਿਤ ਕੇ ਦਾਤੇ,
ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ, ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ, ਜੁਗੋ ਜੁਗ ਅਟਲ ਬਾਣੀ ਕੇ ਬੋਹਿਥ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਬਹੁਤ ਹੀ ਵਡਭਾਗੀ ਹੋ ਜੋ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜ ਕਰਕੇ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਬੇਅੰਤ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਨੂੰ ਪੜ੍ਹ ਸੁਣ ਕੇ ਸਿਮਰਨ ਕਰਕੇ ਆਪ ਜੀ ਨੇ ਲਾਹਾ ਲਿਆ ਹੈ। ਸੋ ਸਾਧ ਸੰਗਤ ਜੀ, ਇਸ ਦੇ ਨਾਲ ਹੀ ਜਿਹੜੀ ਆਪਾਂ ਸ੍ਰੀ ਬਚਿੱਤਰ ਨਾਟਕ ਦੀ ਕਥਾ ਸਰਵਣ ਕਰ ਰਹੇ ਹਾਂ, ਜਿਸ ਵਿੱਚ ਗੁਰੂ ਸਾਹਿਬ ਜੀ ਨੇ ਭੰਗਾਣੀ ਦੇ ਯੁੱਧ ਦਾ ਜਿਹੜਾ ਪੂਰਾ ਹੀ ਹਾਲ ਇਸ ਅਧਿਆਇ ਵਿੱਚ ਲਿਖਿਆ। ਜਿਵੇਂ ਇਹ ਜੰਗ ਯੁੱਧ ਦਾ ਕਾਰਨ ਬਣਿਆ, ਉਹ ਇਹ ਸੀ ਕਿ ਜੋ ਮਹਾਰਾਜ ਜੀ ਦੇ ਪਾਸ ਰਤਨ ਰਾਏ ਰਾਜੇ ਸਾਂਭਦੇ ਨੇ 2.5 ਲੱਖ ਦਾ ਤੰਬੂ ਭੇਟਾ ਕੀਤਾ ਸੀ। ਇਸੇ ਤਰ੍ਹਾਂ 5 ਕਲਾ ਸ਼ਸਤਰ ਪ੍ਰਸਾਦੀ ਹਾਥੀ, ਤੇ ਇਹ ਪਹਾੜੀ ਰਾਜਿਆਂ ਵਿੱਚੋਂ ਭੀਮ ਚੰਦ ਦੀ ਜਿਹੜੀ, ਕਿਉਂਕਿ ਇਸ ਇਲਾਕੇ ਦਾ ਹੀ ਰਾਜਾ ਸੀ ਬਿਲਾਸਪੁਰ ਦਾ, ਇਹਨੂੰ ਪਤਾ ਲੱਗਾ, ਜਿਸ ਕਰਕੇ ਇਹਦੇ ਮਨ 'ਚ ਖੋਟ ਆਈ ਵੀ ਇਹ ਜਿਹੜੀਆਂ ਚੀਜ਼ਾਂ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਪਾਸੋਂ ਲਈਆਂ ਜਾਣ ਤੇ ਫਿਰ ਵਾਪਸ ਨਾ ਦੇਵਾਂਗੇ, ਗੁਰੂ ਸਾਨੂੰ ਕੀ ਕਰੇਗਾ। ਇਸੇ ਕਰਕੇ ਫਿਰ ਜਿਹੜੇ ਹੈ ਭੀਮ ਚੰਦ ਹੁਣਾਂ ਨੇ ਕੋਸ਼ਿਸ਼ ਕਰਨੀ ਸ਼ੁਰੂ ਕੀਤੀ, ਤੇ ਨਾਲ ਹੀ ਉੱਧਰੋਂ ਜੋ ਫਤਿਹ ਸ਼ਾਹ ਸੀ ਗੜਵਾਲ ਦਾ ਰਾਜਾ ਰਿਆਸਤ ਦਾ, ਤੇ ਉਹਨੇ ਆਪਣੀ ਲੜਕੀ ਦਾ ਰਿਸ਼ਤਾ ਭੀਮ ਚੰਦ ਨਾਲ ਕਰ ਦਿੱਤਾ, ਜੋੜ ਦਿੱਤਾ ਇਹਦੇ ਲੜਕੇ ਨਾਲ, ਜਿਸ ਕਰਕੇ ਭੀਮ ਚੰਦ ਨੇ ਆਪਣਾ ਬਹਾਨਾ ਜਿਹਾ ਸਮਝ ਕੇ ਸਤਿਗੁਰੂ ਜੀ ਪਾਸੇ ਵਸਤਾਂ ਮੰਗਣ ਲਈ ਆਪਣੇ ਪ੍ਰੋਹਤ ਪ੍ਰਾਹਤ ਭੇਜੇ ਕਿ ਲਾਗੀਆਂ ਨੇ ਆਉਣਾ ਇਸ ਦਿਨ, ਸਭ ਕੁਝ ਦੇਖਣ ਮੇਰੇ ਘਰ, ਤੇ ਗੁਰੂ ਸਾਹਿਬ ਕੋਲ ਤੁਸੀਂ ਚੀਜ਼ਾਂ ਲੈ ਆਓ, ਬਹਾਨੇ ਨਾਲ ਹੀ, ਫਿਰ ਨਹੀਂ ਆਪਾਂ ਦੇਣੀਆਂ ਹੈ। ਗੁਰੂ ਸਾਹਿਬ ਜੀ ਨੇ ਮਨਾ ਕਰ ਦਿੱਤਾ ਸੀ। ਇਹ ਫਿਰ ਬੜਾ ਔਖਾ ਹੋਇਆ, ਤੇ ਔਖਾ ਹੁੰਦਾ ਹੋਇਆ ਹੀ ਇਹ ਕਹਿਣ ਲੱਗਾ ਵੀ ਮੈਂ ਲਵਾਂਗਾ ਜ਼ਰੂਰ। ਵਜ਼ੀਰ ਕਹਿੰਦੇ ਵੀ ਸਿਆਣੇ ਸਨ ਕੁਝ, ਆਂਦੇ ਵੀ ਤੂੰ ਕੋਈ ਪਵਾੜਾ ਨਾ ਪਾ, ਧੇਨ 'ਚ ਕਰ, ਵਿਆਹ ਦੇ ਲਾਗੇ ਆਪਾਂ ਲੈ ਲਾਂਗੇ। ਇਹ ਕਹਿੰਦਾ ਵੀ ਚਲੋ ਹੁਣ ਗੁਰੂ ਨੇ ਨਹੀਂ ਦਿੱਤੀਆਂ, ਕੋਈ ਗੱਲ ਨਹੀਂ, ਮੈਂ ਵਿਖਾਉਣੀਆਂ ਸਨ, ਪਰ ਇਸ ਵਾਰ ਤਾਂ ਨਹੀਂ, ਜਦੋਂ ਵਿਆਹ ਨੇੜੇ ਆਏਗਾ ਤਾਂ ਫਿਰ ਮੈਂ ਜ਼ਰੂਰ ਇਹ ਚੀਜ਼ਾਂ ਲਵਾਂਗਾ, ਨਹੀਂ ਤਾਂ ਫਿਰ ਮੈਂ ਦੂਜੀ ਤਰ੍ਹਾਂ ਜੰਗ ਯੁੱਧ ਕਰਕੇ ਲਵਾਂਗਾ। ਤੇ ਉਹ ਫਿਰ ਜਦੋਂ ਵਿਆਹ ਨੇੜੇ ਆ ਗਿਆ, ਇਹਨੇ ਸਤਿਗੁਰੂ ਜੀ ਪਾਸ ਫਿਰ ਚੀਜ਼ਾਂ ਮੰਗਣ ਲਈ ਆਪਣੇ ਸਿਖਾਏ ਹੋਏ ਬੰਦੇ 'ਚ ਭੇਜ ਦਿੱਤੇ। ਮਹਾਰਾਜ ਜੀ ਨੇ ਫਿਰ ਮਨਾ ਕਰ ਦਿੱਤਾ, ਫਿਰ ਬੜਾ ਔਖਾ ਹੋਇਆ ਸੀ। ਇੱਧਰੋਂ ਜਿਹੜਾ ਮੇਦਨੀ ਪ੍ਰਕਾਸ਼ ਸਾਰਮੌਰ ਰਿਆਸਤ ਦਾ ਨਾਹਨ ਦਾ ਰਾਜਾ ਸੀ, ਇਹਨੂੰ ਜੋ ਫਤਿਹ ਸ਼ਾਹ ਗੜਵਾਲ ਦਾ ਰਾਜਾ ਭੀਮ ਚੰਦ ਦਾ ਕੁੜਮ, ਇਹ ਬੜਾ ਪਰੇਸ਼ਾਨ ਕਰਦਾ ਸੀ, ਤੀਰ ਤੁੱਕਾ ਚਲਾਉਂਦਾ ਸੀ। ਤੇ ਬਾਬਾ ਰਾਮ ਰਾਏ ਦੇਹਰਾਦੂਨ ਉਹਦੀ ਰਿਆਸਤ ਵਿੱਚ ਹੀ ਫਤਿਹ ਸ਼ਾਹ ਦੀ 'ਚ ਰਹਿੰਦਾ ਸੀ, ਜਿਸ ਕਰਕੇ ਉਹ ਵੀ ਬੜਾ ਤੰਗ ਕਰਦਾ ਸੀ। ਬਾਬਾ ਰਾਮ ਰਾਏ ਹੁਣ ਇੱਕ ਤੇ ਕਰਾਮਾਤ ਵਾਲੇ ਸਨ, ਇੱਕ ਔਰੰਗਜ਼ੇਬ ਨਾਲ ਹੱਥ ਅੜਦਾ ਸੀ ਨਹੁੰ, ਜਿਸ ਕਰਕੇ ਇਹਨੂੰ ਪਰੇਸ਼ਾਨ ਕਰਦੇ। ਤੇ ਮੇਦਨੀ ਪ੍ਰਕਾਸ਼ ਆਪਣੇ ਵਜ਼ੀਰਾਂ ਨੂੰ ਹੀ ਪੁੱਛਦਾ ਵੀ ਮੈਂ ਕੀ ਕਰਾਂ, ਇਹ ਕਿ ਬਸ ਤਰ੍ਹਾਂ ਲੋਟ ਨਹੀਂ ਆ ਰਹੇ ਹੈ ਰਾਮ ਰਾਏ ਤੇ ਫਤਿਹ ਸ਼ਾਹ।
ਫਿਰ ਵਿੱਚੋਂ ਕਈਆਂ ਨੇ ਸਲਾਹ ਦਿੱਤੀ ਸੀ ਵੀ ਜੇ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅਨੰਦਪੁਰ ਸਾਹਿਬ ਤੋਂ ਇੱਥੇ ਬੁਲਾ ਲਏ ਤੇ ਫਿਰ ਨਾ ਤੇਰਾ ਔਰੰਗਜ਼ੇਬ ਵੀ ਕੁਝ ਵਿਗਾੜ ਸਕੇਗਾ, ਨਾ ਰਾਮ ਰਾਏ, ਨਾ ਫਤਿਹ ਸ਼ਾਹੀ, 22 ਧਾਰ ਦਾ ਕੋਈ ਰਾਜਾ ਵੀ। ਤੇ ਰਾਮ ਰਾਏ ਤੇ ਭਾਵੇਂ 'ਚ ਸ਼ਕਤੀਆਂ ਹੈ, ਇਹਦੇ ਗੁਰੂ ਸਾਹਿਬ ਅੱਗੇ ਤੇ ਕੁਝ ਨਹੀਂ ਹੈ, ਬੂੰਦ ਮਾਤਰ ਹੈ। ਰਾਮ ਰਾਏ ਸ਼ਕਤੀਆਂ ਦਾ ਮਾਲਕ, ਉੱਧਰ ਸਮੁੰਦਰ ਹੀ ਹੈ ਸ਼ਕਤੀਆਂ ਦਾ ਮਹਾਨ। ਜਾਂ ਜਿਵੇਂ ਟਟੈਣਾ ਹੁੰਦਾ ਐਵੇਂ ਰਾਮ ਰਾਏ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੂਰਜ ਦੀ ਨਿਆਈ ਹੈ, ਮਹਾਨ ਹਨ ਤਾਕਤ ਵਾਲੇ। ਫਿਰ ਇਹਨੇ ਗੁਰੂ ਸਾਹਿਬ ਜੀ ਨੂੰ ਉੱਥੇ ਬੁਲਾ ਲਿਆ ਸੀ ਆਪਣੀ ਰਿਆਸਤ ਵਿੱਚ। ਅਤੇ ਸੱਚੇ ਪਾਤਸ਼ਾਹ ਜੀ ਨੇ ਮੇਦਨੀ ਪ੍ਰਕਾਸ਼ ਨੂੰ ਮਿਲ ਕੇ ਇਹੀ ਕਿਹਾ ਸੀ ਵੀ ਵੇਖ ਸਾਡੇ ਜਿਹੜੇ ਸੂਰਮੇ ਆ ਉਹ ਤਾਂ ਸੁਤੰਤਰ ਰਹਿੰਦੇ ਆ, ਸੁਤੰਤਰ ਰਹਿਣਾ ਜਾਣਦੇ, ਅਤੇ ਤੂੰ ਸਾਨੂੰ ਸੁਤੰਤਰ ਜੀ ਕੋਈ ਥਾਂ ਦੇ। ਫਿਰ ਇਹਨੇ ਕਿਹਾ ਸੀ ਮਹਾਰਾਜ ਸਭ ਕੁਝ ਤੁਹਾਡਾ ਹੀ ਹੈ, ਜਿੱਥੇ ਮਰਜ਼ੀ ਆਪ ਰਹੋ। ਅਤੇ ਜਿੱਥੇ ਪਾਉਂਟਾ ਸਾਹਿਬ ਸ਼ਹਿਰ ਵਸਾਇਆ ਹੈ, ਜਮਨਾ ਦੇ ਕਿਨਾਰੇ ਕਿਲ੍ਹਾ ਸਤਿਗੁਰੂ ਜੀ ਨੇ ਉਸਾਰਿਆ ਸੀ ਕਿਆਰਦੂਨ ਵਿੱਚ। ਇੱਥੇ ਮਾਰੇ ਪੜਾਅ ਕੀਤਾ। ਗੁਰੂ ਜੀ ਦੇ ਪੜਾਅ ਕਰਨੇ ਕਰਕੇ ਫਤਿਹ ਸ਼ਾਹ ਅਤੇ ਰਾਮ ਰਾਏ ਜੀ ਤੇ ਐਂ ਢਿੱਲੇ ਪੈ ਗਏ। ਫਿਰ ਇਹਨਾਂ ਸੁਲ੍ਹਾ ਕਰ ਲਈ ਸੀ ਮੇਦਨੀ ਪ੍ਰਕਾਸ਼ ਨਾਲ। ਇੱਧਰੋਂ ਭੀਮ ਚੰਦ ਦੀ ਲੜਕੀ ਦੇ ਨਾਲ, ਭੀਮ ਚੰਦ ਦੇ ਲੜਕੇ ਨਾਲ ਫਤਿਹ ਸ਼ਾਹ ਨੇ ਆਪਣੀ ਲੜਕੀ ਦਾ ਰਿਸ਼ਤਾ ਤੈਅ ਕਰ ਦਿੱਤਾ। ਅਤੇ ਮੇਦਨੀ ਪ੍ਰਕਾਸ਼ ਨਾਲ ਮੇਲ ਜੋਲ ਕਰਨੇ ਕਰਕੇ ਅਤੇ ਜਿਹੜਾ ਡਰਦਾ ਫਤਿਹ ਸ਼ਾਹ ਗੁਰੂ ਜੀ ਨਾਲ ਵੀ ਮਿਲਾਪ ਕਰ ਲਿਆ ਸੀ ਉਹਨੇ, ਜਿਸ ਕਰਕੇ ਇਹਨੇ ਫਿਰ ਭੇਜਣਾ ਤਾਂ ਹੈ ਹੀ ਸੀ ਆਪਣੀ ਲੜਕੀ ਦੇ ਦਿਨ ਉੱਪਰ, ਵਿਆਹ ਉੱਪਰ ਕੋਈ ਸੱਦਾ ਪੱਤਰ ਗੁਰੂ ਸਾਹਿਬ ਨੂੰ ਭੇਜ ਦਿੱਤਾ। ਅਤੇ ਗੁਰੂ ਸਾਹਿਬ ਨੇ ਕਿਹਾ ਵੀ ਅਸੀਂ ਤਾਂ ਨਹੀਂ ਆ ਸਕਦੇ, ਕਿਉਂਕਿ ਸਾਡੇ ਨਾਲ ਸੰਗਤ ਬਹੁਤ ਹੈ। ਸਾਰੀ ਸੰਗਤ ਗੁਰੂ ਨਾਲ ਪ੍ਰੇਮ ਕਰਨ ਵਾਲੀ ਪਰਿਵਾਰ ਸਮੇਤ ਹੀ ਸੱਚੇ ਪਾਤਸ਼ਾਹ ਜੀ ਉੱਥੇ ਗਏ ਸਨ ਪਾਉਂਟਾ ਸਾਹਿਬ, ਅਨੰਦਪੁਰ ਸਾਹਿਬ ਛੱਡ ਕੇ। ਅਤੇ ਸਾਡੇ ਕੋਲ ਤਾਂ ਸੰਗਤ ਬਹੁਤ ਹੈ, ਅਤੇ ਹੁਣ ਉੱਥੇ 22 ਧਾਰ ਦੇ ਤੇਰੇ ਰਾਜੇ ਵੀ ਆਉਣੇ ਆ, ਤੂੰ ਸੰਗਤ ਸੰਭਾਲੇਗਾ ਕਿ ਜਾਂ ਵੀ ਉਹਨਾਂ ਨੂੰ ਸੰਭਾਲੇਗਾ। ਅਤੇ ਨਾਲ ਹੀ ਮਹਾਰਾਜ ਨੇ ਕਟਾਕਸ਼ ਨਾਲ ਕਹਿ ਦਿੱਤਾ ਵੀ ਸਾਡੀ ਕੁਝ ਰਾਜਿਆਂ ਨਾਲ ਬਣਦੀ ਨਹੀਂ। ਭਾਵ ਇਸ਼ਾਰਾ ਕੀਤਾ ਸੀ ਵੀ ਤੇਰੇ ਕੁੜਮ ਜਿਹੜਾ ਭੀਮ ਚੰਦ ਆ ਉਹਦੇ ਨਾਲ ਸਾਡੀ ਬਣਦੀ ਨਹੀਂ। ਇਹ ਕਟਾਕਸ਼ ਨਾਲ ਹੀ ਜਣਾ ਦਿੱਤਾ। ਅਤੇ ਮਹਾਰਾਜ ਨਹੀਂ ਗਏ। ਫਿਰ ਆਨੰਦ ਚੰਦ ਦੀਵਾਨ ਜਿਨ੍ਹਾਂ ਦੇ ਵਿੱਚ ਕਥਨ ਵੀ ਆਇਆ ਹੈ ਉਹਨੂੰ ਭੇਜਿਆ ਸੀ 1.25 ਲੱਖ ਦਾ ਨਿਉਂਦਾ ਦੇ ਕੇ। ਉਹ ਪਹੁੰਚਿਆ ਸੀ ਉੱਥੇ। ਜਦੋਂ ਸਾਰੇ ਰਾਜਿਆਂ ਨੇ ਨਿਉਂਦੇ ਦਿੱਤੇ, ਜਦੋਂ ਵਿਖਾਉਣ ਲੱਗੇ ਸਾਰੇ ਵੇਖ ਰਹੇ ਸਨ। ਗੁਰੂ ਕਾ ਜਿਹੜਾ ਨਿਉਂਦਾ ਸੀ 1.25 ਲੱਖ ਦਾ, ਗਹਿਣੇ ਬਸਤਰ ਆਦਿ ਕੋ ਵੱਖਰਾ ਹੀ ਦਿਖੇ, ਕੀਮਤੀ ਸੀ। ਭੀਮ ਚੰਦ ਨੇ ਜਦੋਂ ਪੁੱਛਿਆ ਵੀ ਆਹ ਕਿਹਦਾ ਨਿਉਂਦਾ ਹੈ ਇੰਨਾ ਕੀਮਤੀ, ਅਤੇ ਉਦੋਂ ਫਿਰ ਉਹ ਇੱਕ ਜਣਾ ਬੋਲਿਆ ਉਹਦੇ ਫਤਿਹ ਸ਼ਾਹ ਦਾ ਐਲਕਾਰ ਸਿਪਾਹੀ ਜਿਹਾ ਹੀ ਵੀ ਜੋ ਦੇਗ ਤੇਗ ਦੇ ਧਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਹਨ, ਉਹਨਾਂ ਨੇ ਫਤਿਹ ਸ਼ਾਹ ਦਾ ਪ੍ਰੇਮ ਵੇਖ ਕੇ 1.25 ਲੱਖ ਦਾ ਨਿਉਂਦਾ ਭੇਟ ਕੀਤਾ ਹੈ। ਭੀਮ ਚੰਦ ਨੂੰ ਸੁਣ ਕੇ ਬੜੀ ਅੱਗ ਲੱਗੀ ਸੀ ਉਸ ਵੇਲੇ ਵੀ ਇਹ ਗੁਰੂ ਗੋਬਿੰਦ ਸਿੰਘ ਤਾਂ ਮੇਰੇ ਵੈਰੀ ਹੈ, ਅਤੇ ਵੈਰੀਆਂ ਨਾਲ ਮਿੱਤਰਤਾ ਹੀ ਰੱਖਦਾ ਮੇਰਾ ਕੁੜਮ। ਰਾਜਨੀਤੀ ਕਹਿੰਦੀ ਜੇ ਵੈਰੀ ਦੇ ਨਾਲ ਮਿੱਤਰਤਾ ਹੀ ਕੋਈ ਆਪਣਾ ਮਿੱਤਰ ਰੱਖੇ ਤਾਂ ਉਹ ਮਿੱਤਰ ਨਹੀਂ ਹੁੰਦਾ, ਵੀ ਵੈਰੀ ਹੁੰਦਾ। ਇਹ ਮੇਰਾ ਕੁੜਮ ਕਾਹਦਾ, ਮੇਰਾ ਵੈਰੀ ਹੈ। ਫਿਰ ਵੇਰ ਗਿਆ ਸੀ ਵੀ ਮੈਂ ਲੜਕੀ ਦਾ ਤੇਰੀ ਦਾ ਰਿਸ਼ਤਾ ਨਹੀਂ ਲਵਾਂਗਾ, ਮੈਂ ਇਹਨੂੰ ਲੈ ਕੇ ਨਹੀਂ ਜਾਵਾਂਗਾ। ਉਹਨੂੰ ਫਿਰ ਬਿਪਤਾ ਪੈ ਗਈ। ਫਤਿਹ ਸ਼ਾਹ ਨੂੰ ਲੜਕੀ ਵਾਲਾ ਸੀ, ਚੁੱਕਣਾ ਹੀ ਪੈਣਾ ਸੀ। ਨਿਉਂਦਾ ਗੁਰੂ ਕਾ ਵਾਪਸ ਕਰਨਾ ਚਾਹੁੰਦਾ ਨਹੀਂ ਸੀ। ਫਿਰ ਕਹਿੰਦਾ ਵੀ ਜਿਵੇਂ ਕਹੋਗੇ ਭੀਮ ਚੰਦ ਜੀ ਉਵੇਂ ਕਰਾਂਗਾ। ਵਿੱਚੋਂ ਖੋਟ ਸੀ ਵੀ ਲੁੱਟ ਲਵਾਂਗੇ, ਇੱਥੋਂ ਚਲਿਆ ਜਾਊਗਾ ਅਤੇ ਰਾਜ ਫੜ ਲਵਾਂਗੇ ਆਨੰਦ ਚੰਦ ਨੂੰ ਅਤੇ ਲੁੱਟ ਲਾਂਗੇ। ਪਰ ਉਹ ਕੁਝ ਬਣ ਨਾ ਸਕਿਆ। ਅਤੇ ਆਨੰਦ ਚੰਦ ਗੁਰੂ ਕਾ ਦੀਵਾਨ ਬੜਾ ਸਿਆਣਾ ਸੀ, ਇਹਨਾਂ ਨੂੰ ਸੋਧ ਕੇ 5-7 ਜਾਣਿਆਂ ਨੂੰ ਘਾਟੀ ਦੇਈ ਅਤੇ ਉਹ ਗੁਰੂ ਮਹਾਰਾਜ ਦੇ ਪਾਸ ਆ ਗਿਆ। ਸਾਰੀ ਗੱਲਬਾਤ ਵੀ ਦੱਸੀ। ਅਤੇ ਇੱਧਰੋਂ ਜਿਹੜਾ ਭੀਮ ਚੰਦ ਉਹ ਫਤਿਹ ਸ਼ਾਹ ਦੇ ਨਾਲ ਨਾਤਾ ਜਿਹਾ ਜੋੜ ਕੇ ਅਤੇ ਕਹਿੰਦਾ ਵੀ ਹੁਣ ਮੇਰੀ ਤੇਰੇ ਨਾਲ ਤਾਂ ਬਣਦੀ ਆ ਜੇ ਤੂੰ ਗੁਰੂ ਗੋਬਿੰਦ ਸਿੰਘ ਨਾਲ ਅੱਗੇ ਹੋ ਕੇ ਅਤੇ ਜੰਗ ਯੁੱਧ ਕਰੇ। ਫਿਰ ਫਤਿਹ ਸ਼ਾਹ ਨੇ ਬਿਨਾਂ ਗੱਲ ਤੋਂ ਹੀ ਆਪਣੇ ਕੁੜਮ ਮਗਰ ਲੱਗ ਕੇ ਲੋਹਾ ਸਤਿਗੁਰੂ ਜੀ ਨਾਲ ਲਿਆ। ਉਹ ਜੰਗ ਜਿਹੜੀ ਹੋ ਰਹੀ ਹੈ ਅਤੇ ਗੁਰੂ ਕੇ ਭੂਆ ਦੇ ਪੁੱਤਰ ਬੀਬੀ ਵੀਰੋ ਜੀ ਦੇ ਪੁੱਤਰ ਸੰਗੋ ਸ਼ਾਹ ਸੰਗਰਾਮ
ਯੁੱਧ ਦਾ ਬਾਦਸ਼ਾਹ ਜੀ ਦਾ ਖਿਤਾਬ। ਜੀਤ ਮਲ ਹੱਠੀ, ਗੁਲਾਬ ਚੰਦ, ਗੰਗਾ ਰਾਮ, ਮਾਹਰੀ ਚੰਦ, ਇਹ ਗੁਰੂ ਕੇ ਭੂਆ ਦੇ ਸਪੁੱਤਰ। ਅਤੇ ਹੋਰ ਕਿਰਪਾਲ ਚੰਦ ਦਾਸ ਬੈਰਾਗੀ ਸਾਧੂ। ਇਸੇ ਤਰ੍ਹਾਂ ਭੀਖਣ ਸ਼ਾਹ ਦੇ ਜਿਹੜੇ ਪੁੱਤਰ ਸਮੇਤ ਸੈਨਾ ਆਈ ਸੀ, ਉਹਨਾਂ ਵੀ ਜੰਗ ਯੁੱਧ ਕੀਤਾ। ਹੋਰ ਮਾਮਾ ਕਿਰਪਾਲ ਚੰਦ ਜੀ ਨੇ ਬੜਾ ਜੰਗ ਯੁੱਧ ਕੀਤਾ। ਇਵੇਂ ਜਿਵੇਂ ਜੰਗ ਹੋ ਰਿਹਾ ਹੈ, ਬਹੁਤ ਘਮਸਾਨ ਦਾ ਉਹ ਪ੍ਰਸੰਗ ਆਪਾਂ ਸੁਣ ਰਹੇ ਸੀ ਕੱਲ੍ਹ ਦਾ। ਅੱਗੇ ਜਿਵੇਂ ਕਥਾ ਵਿਚਾਰ ਆ ਰਹੀ, ਆਪਾਂ ਸਰਵਣ ਕਰੀਏ। ਜੰਗ ਯੁੱਧ ਦਾ ਹੀ ਕਾਰਨ ਸੀ ਕਿ ਭੀਮ ਚੰਦ ਦੇ ਮਗਰ ਲੱਗ ਕੇ ਫਤਿਹ ਸ਼ਾਹ ਨੇ ਸਤਿਗੁਰ ਜੀ ਨਾਲ ਜੰਗ ਛੋਹਿਆ। ਪਾਉਂਟਾ ਸਾਹਿਬ ਤੋਂ 5-7 ਕੋਹ ਦੀ ਵਿੱਥ 'ਤੇ ਜਿਹੜਾ ਭੰਗਾਣੀ ਸਾਹਿਬ ਨਗਰ ਹੈ, ਜਿੱਥੇ ਗੁਰੂ ਕਾ ਸਥਾਨ ਹੈ ਭੰਗਾਣੀ ਸਾਹਿਬ, ਉੱਥੇ ਯੁੱਧ ਹੋਇਆ ਸੀ। ਉੱਥੇ ਸੂਰਮਿਆਂ ਨੇ ਜੰਗ ਯੁੱਧ ਕਰਕੇ ਜਿੱਤ ਪ੍ਰਾਪਤ ਕੀਤੀ ਸੀ ਗੁਰੂ ਖਾਲਸੇ ਨੇ। ਇਵੇਂ ਉਹ ਕਥਾ ਵਿਚਾਰ ਆ ਰਹੀ ਹੈ, ਆਓ ਆਪਾਂ ਸਰਵਣ ਕਰੀਏ। ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਵਾਓ ਸੀਸ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੁਜੰਗ ਭਰਿਆਤ ਚੰਦ, ਭਜਿਓ ਸਾਹ ਪਹਾੜ ਤਾਜੀ ਤ੍ਰਿਪਾਇਨ। ਗੁਰੂ ਮਹਾਰਾਜ ਕਹਿੰਦੇ ਕਹਾਂ ਲੱਗੇ ਵਰਣਨ ਕਰੋ ਮਚਿਓ ਜੁਧ ਅਪਾਰ। ਜੇ ਲੁੱਝੇ ਜੁਝੇ ਸਭੇ ਭੱਜੇ ਸੂਰ ਹਜ਼ਾਰ। ਇਹ ਗੁਰੂ ਖਾਲਸਾ ਜੀ ਕਿੱਥੋਂ ਤੱਕ ਅਸੀਂ ਕਰਥਨ ਕਰੀਏ। ਇਹ ਜਿਹੜਾ ਭੰਗਾਣੀ ਦਾ ਯੁੱਧ ਮਚਿਆ, ਇਹਦੇ ਵਿੱਚ ਲੁੱਝੇ ਜਿਹੜੇ ਲੜੇ ਆ ਉਹ ਸਾਰੇ ਸ਼ਹੀਦ ਹੋਏ। ਹਜ਼ਾਰਾਂ ਜਿਹੜੇ ਸੂਰਮੇ ਅਖਵਾਉਣ ਦੇ ਬੁਜ਼ਦਿਲ ਪਹਾੜੀ ਰਾਜਿਆਂ ਦੇ ਉਹ ਭੱਜੇ ਸਨ। ਭੁਜੰਗ ਭਰਿਆਤ ਛੰਦ ਵਿੱਚ ਕਹਿ ਰਹੇ ਵੀ ਜਦੋਂ ਫਿਰ ਬਹੁਤ ਪਹਾੜੀ ਰਾਜੇ ਦੀ ਸੈਨਾ ਮਰੀ, ਆਪਣੇ ਸਿਪਾਹੀ ਨੂੰ ਮਰਿਆ ਹੋਇਆ ਵੇਖ ਕੇ ਅਖੀਰੀ ਜਿਹੜਾ ਪਹਾੜੀ ਰਾਜਾ ਇਹ ਫਤਿਹ ਸ਼ਾਹ ਸੀ, ਇਹ ਪਹਾੜਾਂ ਦੀ ਵਿੱਚ ਦੀ ਭੱਜਿਆ ਤਾਜੀ ਤ੍ਰਿਪਾਇਨ। ਆਪਣਾ ਜਿਹੜਾ ਅਰਬੀ ਨਸਲ ਦਾ ਘੋੜਾ ਸੀ, ਉਹ ਘੋੜੇ ਨੂੰ ਟਪਾਉਂਦਿਆਂ ਨਸਾਉਂਦਿਆਂ ਪਹਾੜਾਂ ਦੇ ਵਿੱਚ ਦੀ ਭੱਜਿਆ ਫਤਿਹ ਸ਼ਾਹ ਡਰਦਾ। ਚੱਲਿਓ ਬੀਰੀਆ ਤੀਰੀਆ ਨਾ ਚਲਾਇਨ। ਜਦੋਂ ਫਤਿਹ ਸ਼ਾਹ ਨੱਠਿਆ ਜੀ, ਮਗਰ ਫੌਜ ਹੀ ਹੋਰ ਭੱਜ ਰਹੀ ਹੈ। ਅਤੇ ਸਤਿਗੁਰੂ ਕਹਿੰਦੇ ਵੀ ਸਾਡੇ ਸੂਰਮਿਆਂ ਨੇ, ਬੀਰੀਆ ਕਹੀਏ ਸੂਰਮੇ, ਇਹ ਚੱਲਿਆ ਜਾਂਦਿਆਂ ਨੂੰ ਸੂਰਮਿਆਂ ਸਾਡੇ ਨੇ ਇੱਕ ਵੀ ਪਿੱਛੇ ਤੀਰ ਨਾ ਚਲਾਇਆ। ਤੀਰੀਆ ਕਹੀਏ ਤੀਰ, ਇੱਕ ਵੀ ਤੀਰ ਨਾ ਚਲਾਇਆ। ਇਹ ਗੁਰੂ ਸਾਹਿਬ ਕਾ ਹੁਕਮ ਹੀ ਸੀ ਵੀ ਜਦੋਂ ਸਾਹਮਣੇ ਸਾਹਮਣੇ ਸੂਰਮੇ ਦੇ ਲੜਨਾ, ਪਿੱਠ ਪਿੱਛੇ ਵਾਰ ਨਹੀਂ ਕਰਨਾ। ਅਤੇ ਇਹ ਜਦੋਂ ਕਦੇ ਸਿੱਖ ਗੁਰੂ ਕੇ ਹੁਕਮ ਦੀ ਉਲੰਘਣਾ ਕਰਦੇ, ਫਿਰ ਗੁਰੂ ਸਾਥ ਵੀ ਛੱਡ ਦਿੰਦੇ ਸਨ। ਇੱਕ ਵਾਰੀ ਇੱਦਾਂ ਹੋਇਆ ਸੀ ਵੀ ਸਿੱਖਾਂ ਨੇ ਇੱਦਾਂ ਕੀਤਾ ਵੀ ਉਹ ਜਦੋਂ ਡਰਦੇ ਮਾਰੇ ਭੱਜੇ ਆ, ਅਤੇ ਸਿੱਖਾਂ ਨੇ ਮਗਰੇ ਹੀ ਭੱਜਣਾ ਸ਼ੁਰੂ ਕਰ ਦਿੱਤਾ। ਗੁਰੂ ਸਾਹਿਬ ਕਾ ਤਾਂ ਹੁਕਮ ਸੀ ਮਗਰ ਨਹੀਂ ਭੱਜਣਾ, ਵੀ ਇਹ ਜਿਹੜਾ ਕੋਈ ਭੱਜਿਆ ਹੈ ਨਾ ਅੱਗੇ ਲਾ ਕੇ, ਇਹ ਅਕਾਲ ਪੁਰਖ ਦੀ ਕਿਰਪਾ ਨਾਲ ਭੱਜਿਆ ਹੈ, ਨਾ ਕਿ ਖਾਲਸਾ ਜੀ ਤੁਸੀਂ ਭਜਾਇਆ ਹੈ। ਭਾਵ ਅਕਾਲ ਪੁਰਖ ਵਿੱਚ ਵਰਤ ਰਹੇ ਆ। ਸਤਿਗੁਰੂ ਜੀ ਦਾ ਆਪਣੇ ਵੱਲ ਇਸ਼ਾਰਾ ਹੁੰਦਾ ਸੀ ਵੀ ਤੁਹਾਡੇ ਨਾਲ ਹੋਣੇ ਕਰਕੇ ਭੱਜੇ ਆਏ। ਮਦਾ ਕੋਈ ਹੰਕਾਰ ਕਰ ਲੈ ਵੀ ਪਤਨੀ ਅਸੀਂ ਭਜਾਏ ਆ। ਤੋ ਜਦੋਂ ਹੁਣ ਵੀਰ ਰਸ ਚੜ੍ਹਿਆ ਹੋਵੇ, ਸਿੱਖਾਂ ਨੂੰ ਇਵੇਂ ਹੋਇਆ ਸੀ ਵੀ ਅਸੀਂ ਡਟ ਕੇ ਲੜੇ ਆ ਅਤੇ ਭੱਜ ਗਏ ਸਾਰੇ। ਅਤੇ ਮਗਰ ਖਾਲਸਾ ਭੱਜਿਆ ਵੀ ਜਮਨਾ ਟਪਾ ਕੇ ਨੱਠਣਾ, ਇੱਕ ਰੁਕਣਾ ਇਹਨਾਂ ਨੂੰ। ਅਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਫਿਰ ਭੱਜ ਕੇ ਜਾਓ ਜੇ ਲੜਨਾ। ਦੇ ਮਹਾਰਾਜ ਗਏ ਨਾ ਆਪ। ਜਦੋਂ ਉਹਨਾਂ ਨੇ ਅੱਗੋਂ ਵੇਖਿਆ ਵੀ ਇਹਦੇ ਜਿਹੜਾ ਇਹ ਗੁਰੂ ਸਾਹਿਬ ਵਿੱਚ ਹੈ ਨਹੀਂ, ਇਕੱਲੇ ਹੀ ਹੈ, ਫਿਰ ਉਹ ਵੀ ਡਟ ਗਏ ਅੱਗੋਂ, ਚੰਗਾ ਹੀ ਯੁੱਧ ਕੀਤਾ। ਫਿਰ ਇਹ ਜਦੋਂ ਜੰਗ ਯੁੱਧ ਕੀਤਾ ਡਟ ਕੇ, ਅਤੇ ਹੱਥ ਜੋੜ ਜੋੜ ਕੇ ਕਹਿਣ ਮਹਾਰਾਜ ਜੀ ਤੁਹਾਡੇ ਆਪਣੇ ਆ, ਸਾਡੀ ਲਾਜ ਰੱਖੋ। ਮਹਾਰਾਜ ਤੁਹਾਡੇ ਅਸੀਂ ਆਪਣੇ ਹੀ ਹਾਂ, ਸਾਡੀ ਲਾਜ ਰੱਖੋ।
ਗੁਰੂ ਸਾਹਿਬ ਮੁਸਕਰਾਉਂਦੇ ਸਨ ਵੀ ਹੁਣ ਲੜ ਕੇ ਦਿਖਾਓ। ਇਹ ਗੁਰੂ ਸਾਹਿਬ ਆਪ ਵਿੱਚ ਵਰਤਦੇ ਸਨ। ਗੁਰੂ ਕੀ ਆਗਿਆ ਹੀ ਸੀ ਵੀ ਜਦੋਂ ਸਾਹਮਣੇ ਲੜੇ ਕੋਈ ਵੈਰੀ ਉਹਦੇ ਨਾਲ ਲੜਨਾ, ਪਿੱਠ ਪਿੱਛੇ ਵਾਰ ਕਰ ਲਈ, ਭੱਜਣਾ ਨਹੀਂ, ਮਗਰ ਨਹੀਂ ਜਾਣਾ ਹੈ, ਪਿੱਛੇ ਵਾਰ ਨਹੀਂ ਕਰਨੇ। ਅਤੇ ਤਾਂ ਗੁਰੂ ਸਾਹਿਬ ਕਹਿੰਦੇ ਵੀ ਜਦੋਂ ਇਹ ਫਤਿਹ ਸ਼ਾਹ ਇਹਦੀ ਹੋਰ ਸੈਨਾ ਸਿਪਾਹੀ ਭੱਜੇ ਚੱਲੇ ਜਾਂਦਿਆਂ ਦੇ ਸਾਡੇ ਸੂਰਮਿਆਂ ਕਿਸੇ ਨੇ ਵੀ ਤੀਰ ਨਹੀਂ ਚਲਾਇਆ ਮਗਰੋਂ। ਜਸੋ ਡੱਡ ਵਾਲੰ ਮਧੁਕਰ ਸੋ ਸਾਹੰ। ਜੋ ਜਸਵਾਲ ਦਾ ਰਾਜਾ ਸੀ ਕੇਸਰੀ ਚੰਦ, ਇਸੇ ਤਰ੍ਹਾਂ ਡਡਵਾਲ ਦਾ ਰਾਜਾ ਮਧੁਕਰ ਸ਼ਾਹ, ਇਹ ਸਾਰੇ ਜਾਣੇ ਭੱਜੋ ਸੰਗ ਲੈ ਕੇ ਸੋ ਸਾਰੀ ਸਿਪਾਹੰ। ਇਹ ਸਾਰੇ ਆਪਣੀ ਸਿਪਾਹੀਆਂ ਦੀ ਫੌਜ ਲੈ ਕੇ ਤੇ ਮਧੁਕਰ ਸ਼ਾਹ ਰਾਜਾ ਡਡਵਾਲ ਦਾ, ਜਸਵਾਲ ਦਾ ਰਾਜਾ ਕੇਸਰੀ ਚੰਦ, ਇਹ ਸਾਰੇ ਆਪਣੀ ਸੈਨਾ ਲੈ ਕੇ ਭੱਜ ਗਏ। ਚਕ੍ਰਿਤ ਚੌਪਿਓ ਚੰਦ ਗਾਜੀ ਚੰਦੇਲੰ। ਚੰਦੇਲ ਦਾ ਰਾਜਾ ਗਾਜੀ ਚੰਦ, ਇਹ ਜਦੋਂ ਸਾਰੇ ਭੱਜੇ ਫਤਿਹ ਸ਼ਾਹ ਹੋਣੀ ਤੇ ਚਕ੍ਰਿਤ ਕਹੀਏ ਬੜਾ ਹੈਰਾਨ ਹੋਇਆ। ਹੈਰਾਨ ਹੋ ਕੇ ਚੌਪਿਓ ਬੜਾ ਚਮਕਿਆ ਹੈ, ਗੁੱਸੇ ਵਿੱਚ ਹੋਇਆ, ਹੈਰਾਨ ਜਿਹਾ ਹੋਇਆ, ਸੋਚਦਾ ਵੀ ਆਹ ਕੀ ਹੋ ਗਿਆ ਸਾਡੇ ਨਾਲ। ਹਠੀ ਹਰੀ ਚੰਦੰ ਗਹੇ ਹੱਥ ਸੇਲੰ। ਇੱਧਰ ਜੋ ਹਰੀ ਚੰਦ ਰਾਜਾ, ਇਹ ਬੜਾ ਹਠੀਆ ਸੀ, ਸੂਰਮਾ ਸੀ, ਬਲਵਾਨ ਸੀ, ਬੜਾ ਹਠੀਆ ਜਿਦੀਆ। ਇਹਨੇ ਆਪਣੇ ਹੱਥ ਦੇ ਵਿੱਚ ਸੇਲਾ ਜਿਹੜਾ ਬਰਛਾ ਨੇਜਾ ਫੜਿਆ। ਕਰਿਓ ਸੁਆਮ ਧਰਮੰ ਮਹਾਰੋਸ ਰੁਜਿਅੰ। ਇਹਨੂੰ ਮਹਾਰੋਸ ਰੁੱਝਿਆ ਹੈ, ਬਹੁਤ ਵੀਰ ਰਸ ਵਿੱਚ ਭਰ ਗਿਆ, ਗੁੱਸੇ ਨਾਲ ਭਰ ਗਿਆ। ਕਰਿਓ ਸਵਾਮ ਧਰਮ, ਆਪਣੇ ਸਵਾਮੀ ਦੇ ਧਰਮ ਦੀ ਪਾਲਣਾ ਕੀਤੀ। ਜਿਵੇਂ ਕੋਈ ਆਪਣੇ ਮਾਲਕ ਦੇ ਧਰਮ ਦੀ ਪਾਲਣਾ ਕਰਦਾ ਨਾ, ਵੀ ਮਾਲਕ ਵਾਸਤੇ ਮਰਨਾ ਹੀ ਹੈ, ਮਾਲਕ ਦੇ ਵਾਸਤੇ ਸਭ ਕੁਝ ਕਰਨਾ, ਵੀ ਮੁੱਲ ਖਰੀਦੀ ਲਾਲਾ ਗੋਲਾ ਹਾਂ ਮੈਂ, ਵੀ ਮੁੱਲ ਖਰੀਦਿਆ ਮੈਂ ਪੂਰਾ ਮਰਨਾ ਹੈ, ਜਾਰ ਜਾਂ ਪਾਰ। ਇਹ ਮਹਾਂਵੀਰ ਰਸ ਦੇ ਵਿੱਚ ਇਹ ਫਸਿਆ ਹੈ, ਮਹਾਂਵੀਰ ਰਸ ਦੇ ਵਿੱਚ ਭਰ ਗਿਆ, ਕ੍ਰੋਧ ਨਾਲ ਭਰਿਆ ਹੋਇਆ ਆਪਣੇ ਸਵਾਮੀ ਮਾਲਕ ਦਾ ਧਰਮ ਨਿਭਾਉਣਾ ਕੀਤਾ ਇਹਨੇ। ਗਿਰਿਓ ਟੂਕ ਟੂਕ ਹੋਇਆ ਇਸੋ ਸੁਰ ਜੁਜਿਅੰ। ਐਸਾ ਸਿੱਧਾ ਹੋ ਕੇ ਲੜਿਆ ਹੈ ਵੀ ਇਹ ਸੂਰਮਾ ਐਸਾ ਜੰਗ ਵਿੱਚ ਜੁਝਿਆ, ਜੁਝ ਕੇ ਟੁਕ ਹੋ ਕੇ ਡਿੱਗਿਆ, ਟੁਕੜੇ ਟੁਕੜੇ ਹੋ ਕੇ ਸ਼ਹੀਦ ਹੋ ਗਿਆ ਸੀ। ਤਹਾਂ ਖਾਨ ਨਜਾਬਤ ਤਹਾਂ ਖਾਨ ਨਜਾਬਤੋ ਆਨ ਕਾ। ਉੱਥੇ ਜੋ ਨਜਾਬਤ ਖਾਨ ਸੀ, ਇਹ ਪੀਰ ਬੁੱਧੂ ਸ਼ਾਹ ਨੇ ਜਿਹੜੇ ਭੱਜੇ ਸਨ, ਇਹ ਨਜਾਬਤ ਖਾਂ, ਕਾਲੇ ਖਾਂ, ਭੀਖਣ ਖਾਂ, ਹਯਾਤ ਖਾਂ, ਔਰੰਗਜ਼ੇਬ ਦੇ ਕੋਲੋਂ ਇਹ 100 ਘੋੜ ਸਵਾਰਾਂ ਦੇ ਮਾਲਕ ਸਨ। ਅਤੇ ਪੀਰ ਬੁੱਧੂ ਸ਼ਾਹ ਨੇ ਗੁਰੂ ਪਾਸ ਇਹਨਾਂ ਨੂੰ ਭਰਤੀ ਕਰਵਾਇਆ ਸੀ। ਅਤੇ ਮਹਾਰਾਜ ਕਹਿੰਦੇ ਸਨ ਵੀ ਇਹਨਾਂ ਨਹੀਂ ਲੜਨਾ। ਪੀਰ ਬੁੱਧੂ ਸ਼ਾਹ ਕਹਿੰਦੇ ਮਹਾਰਾਜ ਇਹ ਸ਼ੇਰਾਂ ਦੇ ਪੁੱਤ ਹੁੰਦੇ ਆ, ਪਠਾਨ, ਇਹ ਲੜਨਗੇ। ਗੁਰੂ ਸਾਹਿਬ ਕਹਿੰਦੇ ਸਮਾਂ ਹੀ ਦੱਸੇਗਾ। ਅਤੇ ਇਹ ਜਿਹੜੇ ਸਾਰੇ ਨਮਕ ਹਰਾਮੀ ਹੋ ਗਏ ਸਨ ਉਸ ਵੇਲੇ ਜੰਗ 'ਚ, ਕਿ ਗੁਰੂ ਕਾ ਹੱਥ ਹੌਲਾ ਵੇਖ ਕੇ ਵੀ ਇੱਧਰ ਲੱਗਦਾ ਘੱਟ ਹੈ, ਉੱਧਰ ਪਹਾੜੀ ਰਾਜੇ ਹੈ। ਇਸ ਤਰ੍ਹਾਂ ਇਹਨਾਂ ਨਮਕ ਹਰਾਮੀ ਕੀਤੀ। ਉੱਥੇ ਜੋ ਨਜਾਬਤ ਖਾਨ ਸੀ, ਉਹ ਵੀ ਸ਼ਸਤਰ ਫੜ ਕਰਕੇ ਆਇਆ ਗਾਂ ਨੂੰ ਵੱਧ ਕੇ। ਹਨਿਓ ਸਾਹ ਸੰਗਰਾਮ ਕੋ ਸ਼ਸਤਰ ਲੈ ਕੇ। ਆਪਣੇ ਹੱਥਾਂ ਵਿੱਚ ਸ਼ਸਤਰ ਲੈ ਕੇ, ਜੋ ਸੰਗੋ ਸ਼ਾਹ ਸੰਗਰਾਮ ਸੀ, ਗੁਰੂ ਜੀ ਕੀ ਭੂਆ ਕਾ ਪੁੱਤਰ, ਅਤੇ ਇਹ ਸੰਗਰਾਮ ਇਹਨੂੰ ਮਹਾਰਾਜ ਨੇ ਖਿਤਾਬ ਬਖਸ਼ਿਆ ਸੀ। ਭਾਵ ਸੰਗਰਾਮ ਕਹੀਦਾ ਜੰਗ ਯੁੱਧ ਦਾ ਬਾਦਸ਼ਾਹ, ਜੋ ਸੰਗੋ ਸ਼ਾਹ ਮਹਾਰਾਜ ਜੀ ਦੀ ਭੂਆ ਦਾ ਪੁੱਤਰ। ਇਸ ਉੱਪਰ ਇਹਨੇ ਆਪਣੇ ਸ਼ਸਤਰ ਲੈ ਕੇ ਵਾਰ ਕੀਤੇ। ਕਿਤੇ ਖਾਨ ਬਾਨੀ ਨਹੁ ਅਸਤਰ ਚਾਰੇ। ਤੇ ਉਸ ਦੇ ਹੋਰ ਕਈ ਸਾਥੀ ਪਠਾਨਾਂ ਨੇ ਵੀ ਸੰਗੋ ਸ਼ਾਹ ਤੇ ਵਾਰ ਕੀਤੇ। ਕਿਤੇ ਖਾਨ ਬਾਨੀਨ ਹੂੰ ਅਸਤਰ ਝਾਰੇ, ਜਿਹੜੇ ਬਣੇ ਠਣੇ ਸਨ ਖਾਨ ਪਠਾਨ, ਕਿੰਨਿਆਂ ਨੇ ਐਵੇਂ ਆਪਣੇ ਅਸਤਰ ਹੋਰ ਚੱਕਰ ਚੁੱਕਰ ਆਦਿਕ ਛੱਡੇ, ਝਾੜੇ ਵਾਰ ਕੀਤੇ। ਸਹੀ ਸਾਹ ਸੰਗਰਾਮ ਸਵਰਗੰ ਸਿਧਾਰੇ। ਜਦੋਂ ਸੰਗੋ ਸ਼ਾਹ ਸੰਗਰਾਮ ਲੜਦਿਆਂ ਬਹੁਤ ਜ਼ਖਮੀ ਹੋ ਗਏ,
ਤਦੋਂ ਨਿਸ਼ਚੈ ਸਾਹ ਸੰਗਰਾਮ ਜੀ ਸਵਰਗੰ ਸੁਧਾਰੇ। ਦੇਵ ਲੋਕ ਮਾਤ ਲੋਕ ਨੂੰ ਸੁਧਾਰ ਕੇ ਦੋਹਰਾ ਮਾਰ ਨਜਾਬਤ ਖਾਨ ਕੋ। ਦੋਹਰੇ ਵਿੱਚ ਮਹਾਰਾਜ ਕਹਿੰਦੇ ਆ ਵੀ ਨਜਾਬਤ ਖਾਂ ਜਿਹੜਾ ਸੀ, ਨਜਾਬਤ ਖਾਂ ਨੂੰ ਮਾਰ ਕੇ ਸੰਗੋ ਸ਼ਾਹ ਸੰਗੋ ਜੁਜਾ ਜੁਝਾਰ। ਨਜਾਬਤ ਖਾਂ ਵੀ ਬੜਾ ਸਿੱਧਾ ਹੋ ਕੇ ਲੜ ਰਿਹਾ ਸੀ ਤੇ ਸੰਗੋ ਸ਼ਾਹ ਦੀ ਪੂਰੀ ਜੰਗ ਹੋ ਰਹੀ। ਹੋਰ ਪਠਾਨ ਆ ਕੇ ਵਾਰ ਕੀਤੇ ਤੇ ਨਜਾਬਤ ਖਾਂ ਨੂੰ ਜਦੋਂ ਲੜਦਿਆਂ ਲੜਦਿਆਂ ਮਾਰ ਦਿੱਤਾ ਭਾਈ ਸੰਗੋ ਸ਼ਾਹ ਨੇ। ਤੇ ਜੁਝੇ ਜੁਝਾਰ, ਜੁਝਾਰ ਕਹੀਏ ਲੜਦਿਆਂ ਲੜਦਿਆਂ ਸੰਗੋ ਸ਼ਾਹ ਜੁਝੇ ਕਹੀਏ ਸ਼ਹੀਦ ਹੋ ਗਏ। ਹਾ ਹਾ ਇਹ ਲੋਕ ਭਇਓ। ਤੇ ਜਦੋਂ ਸੰਗੋ ਸ਼ਾਹ ਜੀ ਸ਼ਹੀਦ ਹੋਏ ਆ, ਇਸ ਲੋਕ ਦੇ ਵਿੱਚ ਹਾ ਹਾ ਹੋ ਗਈ, ਹਾਏ ਹਾਏ ਹੋ ਗਈ ਵੀ ਸੰਗੋ ਸ਼ਾਹ ਵਰਗਾ ਕੋਈ ਸੂਰਮਾ ਨਹੀਂ ਸੀ ਮਹਾਰਾਜ ਜੀ ਦਾ। ਸੁਰਗ ਲੋਕ ਜੈਕਾਰ। ਇੱਧਰ ਤੇ ਮਾਦ ਲੋਕ ਤੇ ਹਾਹਾਕਾਰ ਮਚ ਗਈ ਹੈ। ਸਵਰਗ ਲੋਕ ਦੇ ਵਿੱਚ ਜੈ ਜੈਕਾਰ ਹੋ ਗਈ ਵੀ ਮਹਾਨ ਸੂਰਮਾ ਸੰਗੋ ਸ਼ਾਹ ਸ਼ਹੀਦੀ ਪਾ ਕੇ ਆ ਰਿਹਾ ਦੇਵ ਲੋਕ। ਭੁਜੰਗ ਛੰਦ ਲਖੇ ਸਾਹ ਸੰਗਰਾਮ ਜੁਜੇ ਜੁਝਾਰੰ। ਜਦੋਂ ਸੰਗੋ ਸ਼ਾਹ ਗੁਰੂ ਕੇ ਭੂਆ ਦੇ ਸੁਪੁੱਤਰ ਜੁਝੇ ਕਹੀਏ ਜੁਝਾਰੰਗ, ਜੰਗ ਵਿੱਚ ਲੜਦਿਆਂ ਲੜਦਿਆਂ ਜੁਝੇ ਸ਼ਹੀਦ ਹੋ ਗਏ ਤੇ ਸ਼ਹੀਦ ਹੁੰਦਿਆਂ ਨੂੰ ਲਖੇ ਕਹੀਏ ਧੱਕਿਆ ਸਤਿਗੁਰਾਂ ਨੇ। ਤਵੰ ਕੀਟ ਬਾਣੰ ਕਮਾਣੰ ਸੰਭਾਰੰ। ਉਸ ਵੇਲੇ ਮਹਾਰਾਜ ਕਹਿੰਦੇ ਹੈ ਅਕਾਲ ਪੁਰਖ ਵਾਹਿਗੁਰੂ ਤਵੰ ਕੀਟ, ਤੇਰੇ ਦਾਸ ਗੁਰੂ ਗੋਬਿੰਦ ਸਿੰਘ ਨੇ ਵੀ ਬਾਣ ਜਿਹੜਾ ਹੈ ਕਮਾਨ ਹੈ, ਕਮਾਨ ਦੇ ਵਿੱਚ ਤੀਰ ਸੰਭਾਲ ਲਿਆ, ਭਾਵ ਧਨਕ ਹੱਥ 'ਚ ਪਕੜ ਲਿਆ ਤੀਰਾਂ ਸਮੇਤ। ਹਨਿਓ ਏਕ ਖਾਨੰ ਖਿਆਲੰ ਖਤੰਗੰ। ਤੇ ਤੀਰ ਮਾਰਨ ਦਾ ਖਿਆਲ ਜਾ ਕਰਕੇ ਇੱਕ ਤਿੜਿਆ ਹੋਇਆ ਜਿਹੜਾ ਖਾਨ ਪਠਾਨ ਸੀ, ਬੜਾ ਸੂਰਮਾ ਬਣਿਆ ਫਿਰਦਾ, ਮਹਾਰਾਜ ਕਹਿੰਦੇ ਉਹਦੇ ਵੱਲ ਇੱਕ ਤੀਰ ਛੱਡਿਆ ਮਾਰਿਆ। ਕਸਿਓ ਸ਼ਸਤਰ ਕੋ ਜਾਨ ਸਿਆਮੰ ਭੁਜੰਗੰ। ਜਦੋਂ ਉਹਦੇ ਤੀਰ ਮਾਰਿਆ ਵੈਰੀ ਦੇ ਤੇ ਉਸ ਨੂੰ ਤੀਰ ਤੇ ਐਵੇਂ ਲੱਗਾ, ਮਹਾਰਾਜ ਕਹਿੰਦੇ ਜਾਨੋ ਮਾਨੋ ਜਿਵੇਂ ਕਾਲਾ ਨਾਗ ਕਿਸੇ ਨੂੰ ਡਸ ਦਿੰਦਾ ਤੇ ਛੱਡਦਾ ਨਹੀਂ ਨਾ, ਕਾਲੇ ਨਾਗ ਦਾ ਮਾਰਿਆ ਬੰਦਾ ਨਹੀਂ ਬਚਦਾ ਦੱਸਿਆ। ਮਾਨੋ ਕਿ ਉਹਦੇ ਤੀਰ ਦੇ ਐਵੇਂ ਵੱਜਾ ਜਾ ਕੇ ਖਾਨ ਪਠਾਨ ਦੇ ਤਿੜੇ ਹੋਏ ਨੇ ਤੇ ਜਿਵੇਂ ਕਾਲਾ ਸੱਪ ਨੇ ਡੰਗ ਮਾਰਿਆ ਮੈਂ ਖਤਮ ਕਰ ਦਿੱਤਾ ਉਸ ਨੂੰ। ਗਿਰਿਓ ਭੂਮ ਸੋ ਬਾਣ ਦੂਜੋ ਸੰਭਾਰਿਓ। ਜਿਸ ਤੀਰ ਦੇ ਲੱਗਣੇ ਕਰਕੇ ਉਹ ਪਠਾਨ ਭੂਮ ਧਰਤੀ ਤੇ ਡਿੱਗਿਆ ਧੜਮ ਕਰਦਾ ਤੇ ਸੋ ਬਾਣ ਦੂਜੋ ਸੰਭਾਰਿਓ। ਫਿਰ ਦੂਜਾ ਬਾਣ ਦੂਜਾ ਤੀਰ ਅਸਾਂ ਨੇ ਕਹਿੰਦੇ ਫਿਰ ਸੰਭਾਲ ਲਿਆ ਕਮਾਨ ਦੇ ਵਿੱਚ। ਮੁਖੰ ਭੀਖਨੰ ਖਾਨ ਕੇ ਤਾਨ ਮਾਰਿਓ। ਤੇ ਜੋ ਭੀਖਣ ਖਾਨ ਇਹ ਵੀ ਮਹਾਰਾਜ ਦੀ ਫੌਜ ਭਰਤੀ ਹੋਇਆ ਤੇ ਨਮਕ ਹਰਾਮੀ ਹੋ ਗਿਆ ਸੀ, ਲੂਣ ਹਰਾਮੀ ਗੁਨੇਗਾਰ। ਇਹ ਭੀਖਣ ਖਾਨ ਦੇ ਮਹਾਰਾਜ ਕਹਿੰਦੇ ਮੁੱਖ ਦਾ ਅਸਾਂ ਨੇ ਨਿਸ਼ਾਨਾ ਜਦ ਤੱਕ ਕੇ ਤੇ ਤੀਰ ਮਾਰਿਆ ਤਾਣ ਕੇ। ਭੱਜਿਓ ਖਾਨ ਖੂਨੀ ਰਹਿਓ ਖੇਤ ਤਾਜੀ। ਉਹ ਤੀਰ ਜਾ ਕੇ ਖੂਨੀ ਖਾਨ ਭੀਖਣ ਖਾਨ ਦੇ ਜਾ ਕੇ ਜਿਹੜਾ ਹੈ ਵੱਜਿਆ, ਜਿਸ ਕਰਕੇ ਡਰਦਾ ਮਾਰਾ ਜ਼ਖਮੀ ਹੋਇਆ ਫਿਰ ਭੱਜਿਆ ਏ। ਤੇ ਰਹਿਓ ਖੇਤ ਤਾਜੀ, ਇਹਦਾ ਜਿਹੜਾ ਅਰਬੀ ਨਸਲ ਦਾ ਘੋੜਾ ਸੀ ਉਹ ਤੇ ਜੰਗ ਦੇ ਮੈਦਾਨ ਵਿੱਚ ਹੀ ਰਹਿ ਗਿਆ, ਘੋੜਾ ਛੱਡ ਕੇ ਭੱਜਿਆ ਏ ਖਾਨ ਭੀਖਣ ਖਾਨ। ਤਾਜੇ ਪ੍ਰਾਨ ਤੀਜੇ ਲੱਗੇ ਬਾਣ ਬਾਜੀ। ਤੀਜੇ ਉਸ ਵੇਲੇ ਮਹਾਰਾਜ ਕਹਿੰਦੇ ਫਿਰ ਜਦੋਂ ਤੀਜਾ ਸਾਡਾ ਬਾਣ ਲੱਗਿਆ ਨਾ ਤੀਰ, ਇਹ ਤੇ ਨੱਠ ਗਿਆ ਘੋੜਾ ਛੱਡ ਕੇ, ਤੀਜੇ ਤੀਰ ਲੱਗਣੇ ਕਰਕੇ ਬਾਜੀ ਤਜੇ ਪ੍ਰਾਣ, ਉਹ ਘੋੜੇ ਨੇ ਪ੍ਰਾਣ ਛੱਡ ਦਿੱਤੇ, ਘੋੜਾ ਵੀ ਧੜਮ ਕਰਦਾ ਡਿੱਗ ਪਿਆ, ਖਤਮ ਹੋ ਗਿਆ ਉੱਥੇ। ਛੁੱਟੀ ਮੂਰਛਨਾ ਹਰੀ ਚੰਦੰ ਸੰਭਾਰੇ। ਛੁੱਟੀ ਮੂਰਛਨਾ, ਇੱਧਰ ਜੋ ਹਰੀ ਚੰਦ ਰਾਜਾ ਹੰਡੂਰੀਆ ਬੜਾ ਸੂਰਮਾ ਸੀ, ਇਹ ਬੇਹੋਸ਼ ਹੋਇਆ ਪਿਆ ਸੀ ਜ਼ਖਮੀ ਹੋ ਕੇ। ਜਦੋਂ ਇਹਦੀ ਮੂਰਛਨਾ ਬੇਹੋਸ਼ਪੁਣਾ ਛੁੱਟਿਆ ਤੇ ਇਹਨੇ ਆਪਣੇ ਸਰੀਰ ਨੂੰ ਸੰਭਾਲਿਆ, ਸੁਰਤ ਜੀ 'ਚ ਆ ਗਿਆ ਹੈ। ਗਹੇ ਬਾਣ ਕਮਾਨ ਪੇ ਆਜ ਮਾਰੇ। ਇਹਨੇ ਕਮਾਨ ਆਪਣੇ ਹੱਥ ਵਿੱਚ ਫੜ ਲਿਆ, ਕਮਾਨ ਹੱਥ 'ਚ ਫੜ ਕੇ ਤੀਰ ਦਾ ਜਿਹੜਾ ਨਿਸ਼ਾਨਾ ਹੈ
ਐ ਖਿੱਚ ਖਿੱਚ ਕੇ ਮਾਰੇ ਨਿਸ਼ਾਨੇ, ਤੱਕ ਤੱਕ ਕੇ ਫਿਰ ਲੱਗੇ ਅੰਗ ਜਾ ਕੇ ਰਹੇ ਨਾ ਸੰਭਾਰੰ। ਮਹਾਰਾਜ ਕਹਿੰਦੇ ਵੀ ਹਰੀ ਚੰਦ ਆਪਣੇ ਤੀਰ ਕਮਾਨ ਵਿੱਚ ਤੀਰ ਅੜਾ ਕੇ ਚੜਾ ਕੇ ਜਦੋਂ ਮਾਰਦਾ ਸੀ, ਜਿਸ ਸੂਰਮੇ ਦੇ ਅੰਗ ਨੂੰ ਵੀ ਲੱਗਦਾ ਰਹੇ ਨਾ ਸੰਭਾਰੇ, ਉਹ ਆਪਣੇ ਆਪ ਨੂੰ ਸੰਭਾਲਦਾ ਨਹੀਂ ਸੀ, ਹੋਸ਼ ਨਹੀਂ ਰਹਿੰਦੀ ਸੀ, ਖਤਮ ਕਰਕੇ ਰੱਖ ਦਿੰਦਾ ਸੀ। ਤਨੰ ਤਿਆਗ ਕੇ ਦੇਵ ਲੋਕ ਪਧਾਰੰ। ਉਹ ਆਪਣੇ ਸਰੀਰ ਨੂੰ ਛੱਡ ਕੇ ਤੇ ਦੇਵ ਲੋਕ ਦੇ ਵਿੱਚ ਚਲਿਆ ਜਾਂਦਾ, ਭਾਵ ਸੱਚਖੰਡ ਚਲਿਆ ਜਾਂਦਾ ਸੀ ਸਰੀਰ ਛੱਡ ਕੇ। ਦੁਅੰ ਬਾਣ ਖਾਂਚੇ ਏਕੰ ਬਾਰ ਮਾਰੇ। ਐਸਾ ਸੂਰਮਾ ਹਰੀ ਚੰਦ ਕਿ ਮਹਾਰਾਜ ਕਹਿੰਦੇ ਇੱਕੇ ਵਾਰ ਹੀ ਇਹ ਤੀਰ ਮਾਰਦਾ ਸੀ, ਦੋ ਦੋ ਤੀਰ ਖਿੱਚ ਖਿੱਚ ਕੇ ਮਾਰਦਾ, ਦੋ ਦੋ ਤੀਰ ਚਲਾ ਰਿਹਾ ਸੀ। ਬਲੀ ਵੀਰ ਬਾਜੀਨਾ ਤਾਜੀ ਬਦਾਰੇ। ਸੂਰਬੀਰ ਬੜੇ ਬੜੇ ਬਲੀ ਹੈ ਤੇ ਘੋੜੇ ਹੈ ਤੇ ਤਾਜੀ ਅਰਬੀ ਦੇਸ਼ ਦੇ ਘੋੜੇ ਬਿਦਾਰੇ, ਬਿਨ ਸਿਹਾਰੀ ਨਾ ਬਿਦਾਰੇ, ਇਹਨੇ ਬਹੁਤ ਨਾਸ ਕਰ ਦਿੱਤੇ ਹੈ। ਬੜੇ ਬੜੇ ਬਲੀ ਘੋੜੇ ਸੂਰਮੇ ਅਰਬੀ ਦੇਸ਼ ਦੇ ਘੋੜੇ, ਇਹ ਜਿਹਨੂੰ ਤੀਰ ਦਾ ਲੱਗਦਾ ਸੀ ਨਾ ਤੇ ਉਹਨੂੰ ਬਿਦਾਰੇ ਕਈ ਨਾਸ ਕਰ ਦਿੰਦਾ। ਇਸੇ ਤਰ੍ਹਾਂ ਵਿਚਾਰੇ ਪਾਠ ਵੀ ਹੈ, ਇਹ ਕੁਝ ਨਹੀਂ ਸੀ ਵਿਚਾਰਦਾ ਵੀ ਆਮ ਘੋੜਾ ਹੈ, ਅਰਬੀ ਦੇਸ਼ ਦਾ ਘੋੜਾ ਹੈ, ਸੂਰਮਾ ਬਲੀ ਹੈ, ਬਸ ਤੀਰ ਛੱਡ ਕੇ ਆਪਣਾ ਤੇ ਨਾਲ ਹੀ ਖਤਮ ਕਰ ਦਿੰਦਾ ਸੀ, ਜਿਹਦੇ ਮਾਰਦਾ ਸੀ। ਜਿਸੈ ਬਾਣ ਲੱਗ ਰਹਿ ਨਾ ਸੰਭਾਰੰ। ਜਿਸ ਨੂੰ ਵੀ ਹਰੀ ਚੰਦ ਦਾ ਤੀਰ ਲੱਗਦਾ ਉਹ ਸੰਭਾਲ ਨਹੀਂ ਸੀ ਕਰਦਾ, ਰਹੇ ਨਾ ਸੰਭਾਲੇ, ਸੰਭਾਲ ਵਿੱਚ ਨਹੀਂ ਸੀ ਰਹਿੰਦਾ, ਉਸੇ ਵੇਲੇ ਖਤਮ ਹੋ ਜਾਂਦਾ ਸੀ। ਤਨੰ ਭੇਦ ਕੈ ਤਾਹੇ ਪਾਰੰ ਸਿਧਾਰੰ। ਇਹਦਾ ਸਰੀਰ ਵਿੰਨ ਕੇ, ਉਹ ਜਿਹਦੇ ਤੀਰ ਮਾਰਦਾ ਤਨੰਗ ਭੇਦ ਕੈ, ਸਰੀਰ ਨੂੰ ਵਿੰਨ ਕੇ ਤੇ ਉਹਦੇ ਸਰੀਰ ਦੇ ਵਿੱਚ ਦੀ ਪਾਰ ਚਲਿਆ ਜਾਂਦਾ, ਪਾਰ ਲੰਘ ਜਾਂਦਾ ਤੀਰ। ਸਭੈ ਸਵਾਮ ਧਰਮੰ ਸੋ ਬੀਰੰ ਸੰਭਾਰੇ। ਸਾਰੇ ਸੂਰਮਿਆਂ ਨੇ ਵੀ ਜਿਹੜਾ ਹੈ ਆਪਣੇ ਸਵਾਮੀ ਮਾਲਕ ਦਾ ਧਰਮ ਹੀ ਸੰਭਾਲਿਆ ਹੋਇਆ ਸੀ, ਪਾਲਣਾ ਕੀਤੀ ਵੀ ਜਿਵੇਂ ਸਵਾਮੀ ਦਾ ਧਰਮ ਪਾਲਣਾ, ਆਪਣੇ ਮਾਲਕ ਲਈ ਮੰਨਣਾ, ਇਹ ਸਾਰੇ ਸੂਰਮਿਆਂ ਨੇ ਆਪਣੇ ਸਵਾਮੀ ਦੇ ਧਰਮ ਨੂੰ ਪਾਲਣਾ ਕੀਤਾ ਸੀ। ਡਕੀ ਡਾਕਣੀ ਭੂਤ ਭਰੇ ਤੰਗ ਬਕਾਰੇ। ਇੱਧਰ ਜਿਹੜੀਆਂ ਡਾਕਣੀਆਂ ਡੈਣਾ ਹੈ ਤੇ ਉਹ ਮਾਸ ਤੇ ਖੂਨ ਨਾਲ ਡੱਕੀਆਂ ਪਈਆਂ ਹੈ। ਡਾਕਣੀਆਂ ਨਾਮ ਚੜੇਲਾਂ ਦਾ ਵੀ, ਚੜੇਲਾਂ ਡੱਕੀਆਂ ਪਈਆਂ ਖੂਨ ਤੇ ਉਹਦੇ ਨਾਲ। ਭੂਤ ਵੀ ਪ੍ਰੇਤ, ਇਹ ਸਾਰੇ ਖੂਨ ਮਾਸ ਨਾਲ ਰੱਜੇ ਪਏ ਐ ਤੇ ਬਕਾਰੇ ਅਸਤ ਵਿਅਸਤ ਬੋਲਤੇ ਬਕਦੇ ਐ, ਇੱਕ ਦੂਜੇ ਨੂੰ ਰੌਲਾ ਜਿਹਾ ਪਾ ਰਹੇ ਹਨ। ਹੱਸਾ ਬੀਰ ਬੈਤਾਲ ਓ ਸ਼ੁੱਧ ਸਿੱਧਮ। ਸੁੱਧ, ਹਾਂ ਠੀਕ। ਜਿਹੜੇ ਵੀਰ ਐ ਸ਼ਿਵ ਜੀ ਦੇ ਵੀਰ ਤੇ ਉਹ ਵੀ ਹੱਸਦੇ ਐ, ਬੈਤਾਲ ਭੂਤਾਂ ਦੇ ਸਰਦਾਰ ਉਹ ਵੀ ਹੱਸਦੇ ਹਨ। ਤੇ ਉਹ ਸੁੱਧ ਸਿੱਧਮ, ਜਿਹੜੇ ਸਿੱਧ ਸੁੱਧ ਜੇ ਹਨ ਉਹ ਵੀ ਹੱਸਦੇ ਹੈ। ਇਹ ਸਿੱਧ ਸੁੱਧ ਧਰਤੀ ਦੇ ਆਕਾਸ਼ ਦੇ ਵਿਚਕਾਰ ਵਿਚਰਦੇ ਹੈ। ਇਹ ਦੇਵਤਿਆਂ ਦੀ ਇੱਕ ਨਸਲ ਹੈ। ਸੁੱਧ ਸਿੱਧ, ਜੇ ਆਪਾਂ ਸੁੱਤੇ ਸਿੱਧ ਕਹਿਣਾ, ਰੋਟੀ ਰੋਟੀ ਕਈ ਕੁਝ ਆਪਾਂ ਕਹਿੰਦੇ ਹਾਂ, ਚਾਹ ਚੂ ਬੋਲ ਦਿੰਦੇ ਹਾਂ, ਇਵੇਂ ਸਿੱਧ ਹਨ ਸੁੱਧ ਸਿੱਧ। ਇਹ ਦੇਵਤਿਆਂ ਦੀ ਇੱਕ ਨਸਲ ਹੈ। ਜਿਵੇਂ ਕਈ ਕੋਟ ਜਖ ਹੈ, ਕਿੰਨਰ ਪਿਸਾਚ, ਕਿੰਨਰ ਦੇਵਤੇ ਤੇ ਕੁਬੇਰ ਦੇ ਸੇਵਕ ਜਕਸ਼, 33 ਕਰੋੜ ਦੇਵਤੇ ਵੱਖਰੇ ਹੈ, ਸੂਰਜ ਚੰਦਰਮਾ ਹੋਣੀ ਵੱਖਰੇ ਹੈ। ਇਸੇ ਤਰ੍ਹਾਂ ਹੀ ਇੰਦਰ ਦੇਵਤਾ ਵੱਖਰਾ, ਬ੍ਰਹਸਪਤੀ ਵੱਖਰਾ ਹੈ, ਹੋਰ ਕਈ ਦੇਵਤੇ ਜਿਹੜੇ ਗੰਧਰਵ ਵੱਖਰੇ ਹਨ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵੱਖਰੇ ਹਨ। ਇਹ ਦੇਵਤਿਆਂ ਦੀ ਕਿਸਮਾਂ ਵੱਖੋ ਵੱਖਰੀਆਂ। ਇਸੇ ਤਰ੍ਹਾਂ ਸੁੱਧ ਸਿੱਧੰਗ ਦੇਵਤੇ ਹੈ ਜਿਹੜੇ ਧਰਤੀ ਦੇ ਆਕਾਸ਼ ਵਿੱਚ ਵਿਚਰਦੇ ਆ। ਇਹਨਾਂ ਦੀ ਮੁੱਖ ਗਿਣਤੀ 88,000 ਹੈ ਦੱਸੀ ਹੋਈ। ਅਤੇ ਅਥਰਵਣ ਵੇਦ ਦੇ ਵਿੱਚ 6,633 ਗੰਧਰਵਾਂ ਦੀ ਸੰਖਿਆ ਦੱਸੀ ਹੋਈ, ਰਾਗੀਆਂ ਦੀ। ਇਵੇਂ ਇਹ ਵੱਖੋ ਵੱਖ ਕਿਸਮਾਂ ਦੇ ਜਿਹੜੇ ਦੇਵਤੇ ਹੈ। ਮਹਾਰਾਜ ਕਹਿੰਦੇ ਹਨ ਜਿਹੜੇ ਸੁੱਧ ਸਿੱਧ ਹਨ ਦੇਵਤੇ, ਇਹ ਵੀ ਹੱਸਦੇ ਹੈ।
ਸ਼ਿਵ ਜੀ ਦੇ ਗਣ ਵੀਰ ਵੀ ਹੱਸਦੇ ਐ, ਭੂਤਾਂ ਦੇ ਸਰਦਾਰ ਵੀ ਹੱਸਦੇ ਉੱਥੇ ਜੰਗ ਵੇਖ ਵੇਖ ਕੇ। ਚਵੀ ਚਾਵੜੀਆਂ ਉੱਡੀ ਗ੍ਰਿਧ ਬ੍ਰਿਧੰ। ਜਿਹੜੀ ਚਾਵੜੀਆਂ ਚੜੇਲਾਂ ਹਨ ਉਹਨਾਂ ਨੂੰ ਬੜਾ ਚਾਅ ਚੜਿਆ ਹੈ, ਉਹ ਬੜੀਆਂ ਚਵੀਆਂ ਬੋਲ ਰਹੀਆਂ ਹਨ ਤੇ ਉੱਡੀਆਂ ਫਿਰਦੀਆਂ ਹਨ। ਇਸੇ ਤਰ੍ਹਾਂ ਚਾਵੜੀਆਂ ਕਹੀਦਾ ਇੱਲਾਂ ਨੂੰ, ਤੇ ਵੱਡੀਆਂ ਵੱਡੀਆਂ ਗਿੱਧਾਂ ਮੁਰਦਿਆਂ ਨੂੰ ਖਾਣ ਲਈ, ਮਾਸਾਂ ਨੂੰ ਖਾਣ ਲਈ ਚਾਅ ਚੜਿਆ, ਚਵੀ ਚਾਅ ਚੜਿਆ ਇੱਲਾਂ ਨੂੰ, ਗਿੱਧਾਂ ਨੂੰ। ਉੱਡ ਰਹੀਆਂ ਬਹੁਤ ਵੱਡੀਆਂ ਵੱਡੀਆਂ ਮਾਸ ਖਾਣ ਵਾਲੀਆਂ। ਹਰੀ ਚੰਦ ਕੋਪੇ ਕਮਾਣੰ ਸੰਭਾਰੰ। ਕੋਪੇ ਦੀ ਕੋਪੇ, ਦੁਬਾਰਾ ਪੜ੍ਹ। ਹਰੀ ਚੰਦ ਕੋਪੇ ਕਮਾਣੰ ਸੰਭਾਰੰ। ਉਸ ਵੇਲੇ ਹਰੀ ਚੰਦ ਨੂੰ ਬੜਾ ਗੁੱਸਾ ਆਇਆ, ਗੁੱਸੇ ਵਿੱਚ ਆ ਕੇ ਇਹਨੇ ਆਪਣਾ ਕਮਾਨ ਸੰਭਾਲਿਆ ਹੈ। ਪ੍ਰਥਮ ਬਾਜੀਆਂ ਤਾਣ ਬਾਣੰ ਪ੍ਰਹਾਰੰ। ਸਤਿਗੁਰੂ ਕਹਿੰਦੇ ਸਭ ਤੋਂ ਪਹਿਲਾਂ ਨੇ ਕਮਾਨ ਸੰਭਾਲ ਕੇ ਸਾਡਾ ਬਾਜੀਆਂ ਜਿਹੜਾ ਘੋੜਾ ਹੈ ਉਹ ਘੋੜੇ ਵੱਲ ਨਿਸ਼ਾਨਾ ਤੱਕ ਕੇ ਤੀਰ ਮਾਰਿਆ। ਦਤੀਯ ਤਾਕ ਕਾ ਤੀਰ ਮੋਕੋ ਚਲਾਇੰ। ਪਹਿਲਾ ਤੀਰ ਜਿਹੜਾ ਸਾਡੇ ਘੋੜੇ ਵੱਲ ਖਿੱਚ ਕੇ ਮਾਰਿਆ, ਦੂਜਾ ਜਿਹੜਾ ਤੀਰ ਹੈ ਸਤਿਗੁਰੂ ਕਹਿੰਦੇ ਮੋਕੋ ਚਲਾਇੰ, ਸਾਡਾ ਨਿਸ਼ਾਨਾ ਤੱਕ ਕੇ ਬੰਨ ਕੇ ਨੇ ਛੱਡਿਆ ਚਲਾਇਆ। ਰੱਖਿਓ ਸਦੀਵ ਰੱਖਿਓ ਦਈਵ ਮੈਂ ਕਾਨ ਸ਼ਵੈਕ ਸਦਾਇੰ। ਸਤਿਗੁਰੂ ਕਹਿੰਦੇ ਉਹ ਸਾਨੂੰ ਦਈਵ ਨੇ ਰੱਖਿਆ, ਭਾਵ ਪ੍ਰੇਰਕ ਵਾਹਿਗੁਰੂ ਨੇ ਸਾਨੂੰ ਰੱਖਿਆ। ਤੇ ਉਹ ਤੀਰ ਕੀ ਹੋਇਆ ਵੀ ਸਾਡੇ ਕੰਨ ਨੂੰ ਛੁਆ ਕੇ ਨਾ, ਕੰਨ ਨੂੰ ਛੂਹ ਕੇ ਤੇ ਲੰਘ ਗਿਆ ਕੋਲ ਦੀ। ਤ੍ਰਿਤੀਯ ਬਾਣ ਮਾਰਿਓ ਸੋ ਪੇਟੀ ਮਝਾਰੰ। ਹਰੀ ਚੰਦ ਨੂੰ ਗੁੱਸਾ ਬਹੁਤ ਸੀ, ਜਿਸ ਕਰਕੇ 20 ਰਸ ਦੇ ਭਰੇ ਨੇ ਤੀਜਾ ਤੀਰ ਮਹਾਰਾਜ ਕਹਿੰਦੇ ਮਾਰਿਆ, ਉਹ ਸਾਡੀ ਪੇਟੀ ਦੇ ਵਿੱਚ ਮਾਰਿਆ। ਆ ਕਮਰ ਕੱਸਾ ਜਿਹੜਾ ਹੁੰਦਾ ਲੱਕ ਨਾਲ ਬੱਧਾ ਹੋਇਆ ਉਹਨੂੰ ਕਹਿੰਦਾ, ਪੇਟੀ ਨੂੰ ਕਹਿੰਦਾ ਹੈ ਕਮਰ ਕੱਸਾ ਜਾਂ ਤਸਮਾ। ਉਹ ਤਸਮੇ ਦੇ ਵਿੱਚ ਇਹਨੇ ਤੀਰ ਮਾਰਿਆ, ਚਮੜੇ ਦਾ ਹੁੰਦਾ ਉਹ, ਜਿਵੇਂ ਫੌਜੀਆਂ ਨੇ ਪਾਇਆ ਹੁੰਦਾ ਉਹ, ਇਵੇਂ ਉਹ ਕਮਰ ਕੱਸੇ ਵਿੱਚ ਤੀਸਰਾ ਤੀਰ ਮਾਰਿਆ ਹਰੀ ਚੰਦ ਨੇ। ਵਿਦਯੰ ਚਿਲਕਤੰ ਦੁਆਲ ਪਾਰੰ ਪਧਾਰੰ। ਤੇ ਫਿਰ ਇਹਨੇ ਤੀਰ ਮਾਰਿਆ ਵਿਦਯੰ ਚਿਲਕਤੰ, ਜਿਹੜੀ 4 ਪੱਟੀਆਂ ਦੀ ਸੰਜੋ ਨੂੰ ਚਿਲਕਤਾਂ ਕਹੀਦਾ, ਜਿਹੜੀ ਲੋਹੇ ਦੀ ਸੰਜੋ ਹੁੰਦੀ ਆ ਅੱਜ ਇਸ ਨਾਲ ਵੀ ਸਰੀਰ ਦੇ ਵਿੱਚ ਕੋਈ ਸ਼ਸਤਰ ਨਾ ਵੱਜ ਸਕੇ, ਤਲਵਾਰ ਆਦਿਕ ਤੀਰ ਆਦਿਕ। ਤੇ ਮਹਾਰਾਜ ਕਹਿੰਦੇ ਚਿਲਕਤਾਂ, ਉਹ ਸਾਡਾ ਜਿਵੇਂ ਉਹ 4 ਪੱਟੀਆਂ ਜਿਹੜੀ ਸੰਜੋ ਹੈ ਉਹਨੂੰ ਵਿੰਨ ਕੇ ਲੈ ਗਈ ਤੇ ਪਾਰ ਨਿਕਲ ਗਿਆ ਤਸਮੇ ਦੇ ਵਿੱਚ ਦੀ ਉਹ ਤੀਰ ਚਿਲਕਤੰਗ ਨੂੰ ਵਿੰਨ ਕੇ। ਅੱਜ ਜਿਵੇਂ ਗਾਤਰਾ ਪਾਇਆ ਦਾ ਐਵੇਂ ਕਰਕੇ ਉਹ ਪਾ ਕੇ ਤੇ ਕਮਰ ਕੱਸੇ ਨੂੰ ਆਲੇ ਦੁਆਲੇ ਲੱਕ ਦੇ ਨਾਲ ਲਪੇਟ ਲਈਦਾ ਹੈ, ਉਹਨੂੰ ਕਹੀਦਾ ਚਿਲਕਤੰਗ। ਉਹ ਚਿਲਕਤੰਗ ਨੂੰ ਵਿੰਨ ਕੇ ਗੁਰੂ ਸਾਹਿਬ ਕਹਿੰਦੇ ਦੁਆਲ ਪਾਰੰ ਪਧਾਰੰ, ਸਾਡੇ ਚੋਗੇ ਵਿੱਚ ਦੀ ਜਿਹੜਾ ਪਾਰ ਨਿਕਲ ਗਿਆ ਇਹ ਤੀਰ। ਚਬੀ ਚੰਚ ਚਰਮੰ ਕਛ ਘਾਏ ਨਾ ਆਇਆ। ਪਰ ਵਾਹਿਗੁਰੂ ਦੀ ਐਸੀ ਕਿਰਪਾ ਹੋਈ ਵੀ ਉਹ ਚਰਮੰ ਸਾਡੇ ਸਰੀਰ ਦੇ ਚੰਮ ਨੂੰ ਉਹਦੀ ਚੁੰਝ ਜੀ ਚੁਭੀ ਹੈ, ਬਸ ਤੀਰ ਦੀ ਥੋੜੀ ਚੁੰਝ ਚਿਭੀ ਹੈ। ਕਛ ਘਾਏ ਨਾ ਆਇਆ, ਕੋਈ ਵੀ ਮਹਾਰਾਜ ਕਹਿੰਦੇ ਜ਼ਖਮ ਨਾ ਆਇਆ, ਜ਼ਖਮ ਨਾ ਹੋਇਆ। ਕਲੰ ਕੇਵਲੰ ਜਾਣ ਦਾਸੰ ਬਚਾਇਆ। ਉਹ ਕਲਯੁਗ ਦਾ ਪ੍ਰੇਰਕ ਵਾਹਿਗੁਰੂ ਇਸੇ ਤਰ੍ਹਾਂ ਕਲੰ ਜੋ ਸੁੰਦਰ ਵਾਹਿਗੁਰੂ ਹੈ, ਕੇਵਲ ਉਸ ਨੇ ਸਾਨੂੰ ਆਪਣਾ ਦਾਸ ਜਾਣ ਕੇ ਬਚਾ ਲਿਆ, ਦਾਸ ਜਾਣ ਕੇ ਕਿਰਪਾ ਕੀਤੀ ਤੇ ਉਹ ਤੀਰ ਜਿਹੜਾ ਦੀ ਚੁੰਝ ਜੀ ਸਾਡੇ ਚੰਮ ਨੂੰ ਛੋਏ, ਕੋਈ ਜ਼ਖਮ ਨਾ ਆਇਆ। ਰਸਾਵਲ ਛੰਦ ਜਬੈ ਬਾਣ ਲਾਗਿਓ। ਜਿਵੇਂ ਖਾਲਸਾ ਜੀ ਜਦੋਂ ਸਾਡੇ ਤੀਰ ਸਾਨੂੰ ਛੋਹ ਕੇ ਲੰਘਿਆ ਤਦੋਂ ਜਬੈ ਬਾਣ ਲੱਗ ਗਿਓ, ਜਦੋਂ ਸਾਨੂੰ ਹਰੀ ਚੰਦ ਦਾ ਤੀਰ ਆਣ ਕੇ ਲੱਗਾ ਤਬੈ ਰੋਸ ਜਾਗਿਓ। ਤਦੋਂ ਸਤਿਗੁਰੂ ਕਹਿੰਦੇ ਸਾਨੂੰ ਫਿਰ ਰੌਦਰ ਰਸ ਵੀਰ ਰਸ ਜਾਗਿਆ। ਕਰੰ ਲੈ ਕਮਾਣੰ। ਉਸੇ ਵੇਲੇ ਮਹਾਰਾਜ ਕਹਿੰਦੇ ਹੱਥਾਂ ਵਿੱਚ ਅਸੀਂ ਕਮਾਨ ਲੈ ਕੇ ਆਪਣੀ ਹਨੰ ਬਾਣ ਤਾਣੰ। ਆਪਣਾ ਤੀਰ ਬੜਾ ਤਾਣ ਕੇ ਨਿਸ਼ਾਨਾ ਵਿੰਨ ਕੇ ਮਾਰਿਆ ਹਰੀ ਚੰਦ ਵੱਲ। ਸਭੈ ਵੀਰ ਧਾਏ। ਸਭੈ ਵੀਰ ਧਾਏ, ਸਾਰੇ ਜਿਹੜੇ ਸੂਰਮੇ ਹੈ ਸਾਡੇ
ਉਹ ਫਿਰ ਧਾਏ ਦੌੜੇ ਉਹ ਜੰਗ ਕਰ ਲਈ। ਸਰੋਗੰ ਚਲਾਏ ਉਹਨਾਂ ਨੇ ਵੀ ਤੀਰਾਂ ਦਾ ਮੀਂਹ ਕਹਿੰਦੇ ਪਾ ਦਿੱਤਾ। ਮਹਾਰਾਜ ਕਹਿੰਦੇ ਸੂਰਮਿਆਂ ਨੇ ਬੜੇ ਤੀਰ ਚਲਾਏ। ਤਬੈ ਤਾਕ ਬਾਣੰ ਉਸ ਵੇਲੇ ਗੁਰੂ ਸਾਹਿਬ ਕਹਿੰਦੇ ਤਦੋਂ ਅਸਾਂ ਨੇ ਇੱਕ ਤੀਰ ਜਿਹੜਾ ਨਾ ਆਪਣਾ ਤੱਕ ਕੇ ਨਿਸ਼ਾਨਾ ਹਰੀ ਚੰਦ ਵੱਲ, ਹਨਿਆ ਏਕ ਜਵਾਨੰ ਇੱਕ ਜਿਹੜਾ ਜਵਾਨ ਹੈ ਉਹਦੇ ਤੀਰ ਖਿੱਚ ਕੇ ਮਾਰਿਆ। ਜਵਾਨ ਕਿਹੜਾ ਸੀ? ਉਹ ਹਰੀ ਚੰਦ ਹੀ ਸੀ। ਹਰੀ ਚੰਦ ਮਾਰੇ ਮਹਾਰਾਜ ਕਹਿੰਦੇ ਐਸਾ ਤੀਰ ਮਾਰਿਆ ਹਰੀ ਚੰਦ ਜਿਹੜੇ ਵਰਗੇ ਆ ਨਾ ਤਿੜੇ ਹੋਏ ਉਸੇ ਵੇਲੇ ਮਾਰੇ ਤੀਰ ਦੇ ਨਾਲ। ਸੋ ਜੋਧਾ ਲਤਾਰੇ ਉਹ ਹਰੀ ਚੰਦ ਨੂੰ ਮਾਰ ਕੇ ਹੋਰ ਵੀ ਕਈ ਯੋਧਿਆਂ ਨੂੰ ਲਤਾੜ ਦਿੱਤਾ, ਉੱਥੇ ਵਿਛਾ ਦਿੱਤੇ ਸੂਰਮੇ ਜਿਹੜੇ ਤਿੜੇ ਸਨ। ਸੋ ਕਰੋੜ ਰਾਯੰ ਕੋਟ ਲਹਿਰ ਦਾ ਜਿਹੜਾ ਰਾਜਾ ਸੀ ਕਰੋੜੀਆ, ਵਹ ਕਾਲ ਕਾਯੰ ਮਹਾਰਾਜ ਕਹਿੰਦੇ ਕਾਲ ਨੇ ਉਹਨੂੰ ਵੀ ਮਾਰ ਦਿੱਤਾ, ਭਾਵ ਸਾਡੇ ਹੱਥੀ ਚੜ ਗਿਆ, ਫਿਰ ਉਹਨੂੰ ਵੀ ਲਤਾੜ ਦਿੱਤਾ। ਰਣੰ ਤਿਆਗ ਭਾਗਾ ਜਦੋਂ ਏਦਾਂ ਵੱਡੇ ਵੱਡੇ ਇਹਨਾਂ ਦੇ ਮਰ ਗਏ ਐ ਤੇ ਇਹ ਜਿਹੜੇ ਪਹਾੜੀ ਰਾਜੇ ਸਨ ਹੋਰ ਪਠਾਨ ਇਹਨਾਂ ਨਾਲ ਮਿਲੇ ਹੋਏ ਜੰਗ ਦਾ ਮੈਦਾਨ ਛੱਡ ਛੱਡ ਕੇ ਭੱਜੇ ਐ। ਫਿਰ ਭੱਜਦਿਆਂ ਨੂੰ ਰਾਹ ਨਹੀਂ ਲੱਭੇ। ਸਭੈ ਤਰਾਸ ਭਾਗਾ ਸਾਰਿਆਂ ਜਿਹੜੇ ਡਰ ਵਿੱਚ ਪਾਗੇ ਕਈ ਰੰਗੇ ਗਏ ਐ। ਡਰ ਪੈ ਗਿਆ ਇਹਨਾਂ ਨੂੰ, ਡਰ ਵਿੱਚ ਤਦਾਕਾਰ ਹੋ ਗਏ, ਬੜੇ ਸਹਿਮ ਗਏ ਐ। ਭਾਈ ਜੀਤ ਮੇਰੀ ਇਹ ਮੈਂ ਗੁਰੂ ਸਾਹਿਬ ਦੱਸ ਰਹੇ ਆ ਖਾਲਸਾ ਜੀ, ਭਈ ਜੀਤ ਮੇਰੀ, ਸਾਡੀ ਜਿਹੜੀ ਜਿੱਤ ਨਾ ਉਹ ਹੋ ਗਈ। ਵੇਖੋ ਗੁਰੂ ਸਾਹਿਬ ਇੱਥੇ ਕਹਿ ਰਹੇ ਭਈ ਜੀਤ ਮੇਰੀ। ਤੇ ਕਈ ਆਂਦੇ ਜੀ ਦਸਮ ਗ੍ਰੰਥ ਤੇ ਗੁਰੂ ਸਾਹਿਬ ਦੀ ਬਾਣੀ ਨਹੀਂ ਹੈ, ਤੇ ਇੱਥੇ ਵੇਖੋ ਹੁਣ ਇਹਦੇ ਕਵੀਆਂ ਦੀ ਬਾਣੀ ਹੈ। ਕਵੀ ਦੀ ਕਿਹੜੀ ਜਿੱਤ ਹੋ ਗਈ ਭਾਈ? ਕਵੀ ਕਿਹੜਾ ਸੀ ਜਿਹੜਾ ਫਿਰ ਭੰਗਾਣੀ ਦੀ ਜੰਗ ਵਿੱਚ ਲੜ ਰਿਹਾ ਸੀ? ਇਹ ਤੇ ਗੁਰੂ ਸਾਹਿਬ ਆਪ ਲੜ ਰਹੇ ਹੈ। ਤੇ ਮਹਾਰਾਜ ਜੀ ਦੇ ਭੂਆ ਦੇ ਸਪੁੱਤਰ ਤੇ ਸੰਗੋ ਸ਼ਾਹ ਹੋਣੀ ਸਨ। ਉਹ ਕਵੀ ਕਿਹੜਾ ਜੀ ਦੇ ਭੂਆ ਦੇ ਸਪੁੱਤਰ ਸਨ ਸੰਗੋ ਸ਼ਾਹ ਹੋਣੀ। ਇਵੇਂ ਲੋਕ ਜਿਹੜੇ ਨਿੰਦਕ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਆ, ਪਰ ਭਈ ਜੀ ਤੇ ਮੇਰੀ ਮਹਾਰਾਜ ਕਹਿੰਦੇ ਇਵੇਂ ਖਾਲਸਾ ਜੀ ਜਿਹੜਾ ਇਹ ਜੰਗ ਸ਼ੁਰੂ ਕੀਤਾ ਸੀ ਨਾ ਭੰਗਾਣੀ ਦੇ ਯੁੱਧ, ਇਹਦੇ ਵਿੱਚ ਸਾਡੀ ਜਿੱਤ ਹੋਈ, ਅਕਾਲ ਪੁਰਖ ਨੇ ਜਿੱਤ ਕਰਾਈ। ਕਿਰਪਾ ਕਾਲ ਕੈਰੀ ਉਹ ਕਿਸ ਕਰਕੇ? ਜੋ ਕਾਲ ਵਾਹਿਗੁਰੂ ਹੈ ਸਰਬ ਸ਼ਕਤੀਮਾਨ, ਉਸ ਦੀ ਕਿਰਪਾ ਹੋਈ ਤਾਂ ਸਾਡੀ ਜਿੱਤ ਹੋਈ। ਰਣੰ ਜੀਤ ਆਏ ਉਹ ਤੇ ਮਹਾਰਾਜ ਨੇ ਪਹਿਲਾਂ ਕਿਹਾ ਸੀ, ਠਾਡ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚੱਲੇ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ, ਮਹਾਕਾਲ ਰਖਵਾਰ ਹਮਾਰੋ, ਮਹਾਲੋਹ ਮੈਂ ਕਿੰਕਰ ਥਾਰੋ। ਅਸੀਂ ਤੁਹਾਡੇ ਦਾਸ ਹਾਂ ਮਹਾਰਾਜ, ਸਾਡੀ ਰੱਖਿਆ ਕਰੋ, ਹਮਰੀ ਕਰੋ ਹਾਸ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਚੁਣ ਚੁਣ 70 ਹਮਾਰੇ ਮਾਰੀ ਹੈ, ਆਪ ਹਾਸਦੈ ਮੁਝੇ ਅਬਰੀ ਹੈ। ਇਹ ਸਤਿਗੁਰੂ ਮਹਾਰਾਜ ਉਹ ਲਿਖਿਆ ਚੌਪਈ ਸਾਹਿਬ ਦੇ ਵਿੱਚ ਵੀ ਵੈਰੀਆਂ ਸਾਡੇ ਨੂੰ ਮਾਰੋ। ਇਹ ਗੁਰੂ ਸਾਹਿਬ ਉਸ ਪੱਖ ਨੂੰ ਲੈ ਕੇ ਸੱਚੇ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਦੀ ਕਿਰਪਾ ਹੋਈ ਹੈ ਤੇ ਸਾਡੀ ਜਿੱਤ ਹੋਈ, ਰਣੰਗ ਜੀਤ ਆਏ। ਇਵੇਂ ਖਾਲਸਾ ਜੀ ਭੰਗਾਣੀ ਦਾ ਜਿਹੜਾ ਯੁੱਧ ਹੋਇਆ ਉਹ ਜਿੱਤ ਕੇ ਅਸੀਂ ਪੌਂਟਾ ਸਾਹਿਬ ਆਏ ਸਾਂ। ਜਯੰ ਗੀਤ ਗਾਏ ਤੇ ਜਦੋਂ ਜੰਗ ਜਿੱਤ ਕੇ ਆਏ ਸਾਰੇ ਸੂਰਮਿਆਂ ਨੇ ਸਾਡੇ ਸਿੱਖਾਂ ਨੇ ਜੈ ਜੈ ਦੇ ਗੀਤ ਗਾਏ, ਸੋਹਿਲੇ ਗੀਤ ਗਾਏ। ਧਨੰ ਧਾਰ ਬਰਖੇ ਉਸ ਵੇਲੇ ਪ੍ਰਸੰਨ ਹੋ ਕੇ ਬਹਾਦਰ ਸੂਰਮਿਆਂ ਨੂੰ ਸਿੱਖਾਂ ਨੂੰ ਅਸਾਂ ਨੇ ਜਿਹੜਾ ਹੈ ਨਾ ਧਨੰਗ ਧਾਰ ਬਰਖੇ, ਧਨ ਦੀ ਬੜੀ ਵਰਖਾ ਕੀਤੀ, ਖੁੱਲੇ ਡੁੱਲੇ ਨਾਮ ਬਖਸ਼ੇ। ਸਭੈ ਸੂਰ ਹਰਖੇ ਸਭੇ ਬੱਬੇ ਨਾ ਪਾਠ ਤੇ ਵੀ ਸਭੇ ਸੂਰ ਹਰਖੇ, ਸਾਰੇ ਜਿਹੜੇ ਸੂਰ ਸੱਸਾ ਬੱਬੇ ਦਲਾਵਾਂ ਇੱਦਾਂ ਸਭੇ ਸੂਰ ਹਰਖੇ, ਸਾਰੇ ਸੂਰ ਮੈਂ ਇਨਾਮ ਪਾ ਕੇ ਬੜੇ ਪ੍ਰਸੰਨ ਹੋਏ, ਖੁਸ਼ ਹੋਏ। ਦੋਹਰਾ ਜੁੱਧ ਜੀਤ ਆਏ ਜਬੈ ਗੁਰੂ ਮਹਾਰਾਜ ਕਹਿੰਦੇ ਆ ਫਿਰ ਜਦੋਂ ਇਸ ਜੰਗ ਨੂੰ ਜਿੱਤ ਕੇ ਖਾਲਸਾ ਜੀ ਅਸੀਂ ਆਏ ਸਾਂ ਵਾਪਸ ਉੱਥੇ ਪੌਂਟਾ ਸਾਹਿਬ ਸ਼ਹਿਰ ਦੇ ਵਿੱਚ, ਟਿਕੈ ਨਾ ਤਿਨ ਪੁਰ ਪਾਵ, ਤੇ ਸਾਡੇ ਸਿੱਖਾਂ ਦੇ ਜਿਹੜੇ ਇੱਥੇ ਖੁਸ਼ੀ ਨਾਲ ਪੌਂਟੇ ਸ਼ਹਿਰ ਵਿੱਚ ਚਰਨ ਨਹੀਂ ਟਿਕਦੇ, ਭਾਵ ਪੈਰ ਹੀ ਨਹੀਂ ਸੀ ਟਿਕਦੇ, ਪੈਰ ਥੱਲੇ ਲਾਉਂਦੇ ਨਹੀਂ, ਹਥਿਆਰ ਚੁੱਕ ਕੇ ਕਦੀ ਇੱਧਰ ਕਦੀ ਉੱਧਰ, ਐਵੇਂ ਖਾਲਸੇ ਨੂੰ ਬੜੀ ਖੁਸ਼ੀ ਸੀ ਸਿੱਖਾਂ ਨੂੰ, ਤੇ ਇਹਨਾਂ ਦੇ ਪੈਰ ਨਹੀਂ ਸੀ ਲੱਗਦੇ। ਕਾਹਲੂਰ ਮੈਂ ਬਾਧਿਓ ਫਿਰ ਅਸੀਂ ਪੌਂਟਾ ਸਾਹਿਬ ਤੋਂ ਚੱਲ ਕੇ ਜਿਹੜਾ ਕਾਹਲੂਰ ਹੈ, ਕਾਹਲੂਰ ਦਾ ਇਲਾਕਾ ਸੀ ਅਨੰਦਪੁਰ ਸਾਹਿਬ ਵਾਲਾ ਸਥਾਨ,
ਇੱਥੇ ਕਾਹਲੂਰ ਦੇ ਵਿੱਚ ਆਣ ਕੇ ਫਿਰ ਆਪਾਂ ਇੱਕ ਸ਼ਹਿਰ ਬੰਨਿਆ। ਆਨੰਦਪੁਰ ਗਾਵ ਤੇ ਇੱਥੇ ਕਾਹਲੂਰ ਦੇ ਵਿੱਚ ਆ ਕੇ ਗੁਰੂ ਸਾਹਿਬ ਕਹਿੰਦੇ ਆਨੰਦਪੁਰ ਗਾਉਂ ਸ਼ਹਿਰ ਆਣ ਕੇ ਸੀ ਬੰਨਿਆ, ਸੰਭਾਲਿਆ। ਕਿਉਂਕਿ ਮਹਾਰਾਜ ਇੱਥੋਂ ਛੱਡ ਕੇ ਕਿੰਨੇ ਸਾਲ ਉੱਥੇ ਰਹੇ ਆ ਪਾਉਂਟਾ ਸਾਹਿਬ ਦੀ ਧਰਤੀ 'ਤੇ। ਮਗਰੋਂ ਜਿਹੜੇ ਉੱਦਾਂ ਨਗਰ ਤੇ ਜਿਹੜਾ ਹੈ ਮਾਖੋਵਾਲ ਨੂੰ, ਇਹ ਮਾਖੋਵਾਲ ਸੀ ਪਹਿਲਾਂ ਇਹਦਾ ਨਾਮ, ਅਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਸ ਨੂੰ ਲੈ ਕੇ ਤੇ ਨਾਨਕੀ ਚੱਕ ਰੱਖਿਆ ਸੀ। ਚੱਕ ਨਾਨਕੀ ਸਥਾਨ ਅਨੰਦਪੁਰ ਸਾਹਿਬ ਦਾ ਵਸਾਇਆ ਤੇ ਗੁਰੂ ਸਾਹਿਬ ਜੀ ਨੇ ਸੀ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਦੁਬਾਰਾ ਜੋ ਐਵੇਂ ਹੋਰ ਰੌਣਕਾਂ ਮੁੱਕ ਗਈਆਂ ਸਨ, ਪਾਉਂਟਾ ਸਾਹਿਬ ਤੋਂ ਆ ਕੇ ਫਿਰ ਵਸਾਇਆ ਸੀ। ਤਾਂ ਮਹਾਰਾਜ ਕਹਿ ਰਹੇ ਵੀ ਕਾਹਲੂਰ ਦੇ ਵਿੱਚ ਆਣ ਕੇ ਅਸਾਂ ਨੇ ਅਨੰਦਪੁਰ ਸ਼ਹਿਰ ਜਿਹੜਾ ਹੈ ਉਹ ਬੰਨਿਆ, ਬਣਾਇਆ। ਜੇ ਨਰ ਤਹ ਨਾ ਭਿਰੇ। ਕਿਉਂਕਿ ਮਹਾਰਾਜ ਅਨੰਦਪੁਰ ਸਾਹਿਬ 'ਚ ਆ ਗਏ ਸੀ। ਇਹ ਜਿਹੜਾ ਮੇਦਨੀ ਪ੍ਰਕਾਸ਼ ਰਾਜਾ ਸੀ, ਜਿਹੜਾ ਮੇਦਨੀ ਪ੍ਰਕਾਸ਼ ਰਾਜਾ ਸੀ, ਤੇ ਚੁੱਪ ਕਰਦੇ ਮਹਾਰਾਜ ਹੁਸੈਨ ਨੇ ਥੋੜਾ ਰਹਿ ਗਿਆ ਹੁਣ ਸਮਾਪਤੀ ਕਰ ਦੇਣੀ ਨਾ। ਮੇਦਨੀ ਪ੍ਰਕਾਸ਼ ਜਿਹੜਾ ਸਮਾਪਤੀ ਰਾਜਾ ਸੀ, ਤੇ ਉਹ ਗੁਰੂ ਜੀ ਦਾ ਸ਼ਰਧਾਲੂ ਤੇ ਉਂਝ ਬਹੁਤ ਸੀ, ਪਰ ਉਹ ਵੀ ਡਰਦਾ ਉਹਨਾਂ ਕੋਲ ਰਾਜਿਆਂ ਤੋਂ, ਆਪਣੀ ਬਰਾਦਰੀ ਦੇ ਰਾਜਿਆਂ ਤੋਂ, ਬਾਈ ਧਾਰ ਦੇ ਰਾਜਿਆਂ ਤੋਂ ਡਰਦਾ ਤੇ ਜਿਸ ਕਰਕੇ ਉਹ ਨਾ ਗੁਰੂ ਵੱਲੋਂ ਲੜਿਆ ਨਾ ਰਾਜਾ ਵੱਲੋਂ ਲੜਿਆ। ਉਂਝ ਗੁਰੂ ਕਾ ਸ਼ਰਧਾਲੂ ਸੀ, ਇਹਦੀ ਬੇਨਤੀ ਮੰਨ ਕੇ ਮਾਰੇ ਗਏ ਸਨ। ਫਿਰ ਜਦੋਂ ਇਹ ਲੜਿਆ ਲੁੜਿਆ ਨਹੀਂ ਵਿੱਚ ਆ ਕੇ, ਤੇ ਸਤਿਗੁਰੂ ਮਹਾਰਾਜ ਜੀ ਵੀ ਇਹਨੂੰ ਮਿਲ ਕੇ ਨਹੀਂ ਆਏ ਸਨ, ਤੇ ਬਿਨਾਂ ਮਿਲੇ ਇੱਥੇ ਅਨੰਦਪੁਰ ਸਾਹਿਬ ਆ ਗਏ ਸੀ। ਅਨੰਦਪੁਰ ਸਾਹਿਬ ਮਹਾਰਾਜ ਨੇ ਵਸਾਇਆ ਸੀ। ਜੇ ਨਰ ਤਹ ਨਾ ਭਿਰੇ। ਗੁਰੂ ਸਾਹਿਬ ਕਹਿ ਰਹੇ ਖਾਲਸਾ ਜੀ, ਜਿਹੜੇ ਜਿਹੜੇ ਪੁਰਸ਼ ਜੰਗ ਦੇ ਵਿੱਚ ਨਹੀਂ ਨਾ ਲੜੇ ਭਿੜੇ, ਭਾਵ ਜਿਨ੍ਹਾਂ ਨੇ ਯੁੱਧ ਨਹੀਂ ਕੀਤਾ, ਐਵੇਂ ਨਮਕ ਹਰਾਮੀ ਹੋ ਗਏ ਸਨ। ਦੀਨੇ ਨਗਰ ਨਿਕਾਰ। ਅਸਾਂ ਨੇ ਵੀ ਫਿਰ ਕੋਈ ਲਿਹਾਜ਼ ਨਹੀਂ ਕੀਤਾ। ਇੱਥੇ ਅਨੰਦਪੁਰ ਸਾਹਿਬ ਆ ਕੇ ਤੇ ਸਾਰੇ ਕੱਢ ਦਿੱਤੇ ਵੀ ਤੁਹਾਨੂੰ ਬੁਜ਼ਦਿਲਾਂ ਨੂੰ ਕਰਨਾ ਕੀ ਹੈ, ਤੁਹਾਡਾ ਇੱਥੇ ਕੀ ਕਰਨਾ ਅਨੰਦਪੁਰ ਸਾਹਿਬ ਵਿੱਚ। ਸਾਰੇ ਮਹਾਰਾਜ ਕਹਿੰਦੇ ਅਸੀਂ ਕੱਢ ਦਿੱਤੇ ਅਨੰਦਪੁਰ ਸਾਹਿਬ ਤੋਂ ਵੀ, ਨਿਕਲ ਜਾਓ ਇੱਥੋਂ। ਜੇ ਤਿਹ ਠੌਰ ਭਲੇ ਭਿਰੇ। ਪਰ ਮਹਾਰਾਜ ਕਹਿੰਦੇ ਜਿਹੜੇ ਉੱਥੇ ਭੰਗਾਣੀ ਦੇ ਯੁੱਧ ਵਿੱਚ ਚੰਗੀ ਤਰ੍ਹਾਂ ਲੜੇ ਭਿੜੇ ਨਾ, ਯੁੱਧ ਕੀਤਾ ਸਾਡੇ ਨਾਲ ਮਿਲ ਕੇ, ਤਿਨਾ ਕਰੀ ਪ੍ਰਤਪਾਰ। ਖਾਲਸਾ ਜੀ ਉਹਨਾਂ ਦੀ ਪ੍ਰਤਪਾਲਣਾ ਹੀ ਫਿਰ ਪੂਰੀ ਕੀਤੀ। ਭਾਵੇਂ ਕਿੰਨੇ ਜ਼ਖਮੀ ਸਨ, ਮਰਮ ਪੱਟੀ ਕੀਤੀ, ਹਰ ਤਰ੍ਹਾਂ ਨਾਲ ਉਹਨਾਂ ਦੀ ਸੇਵਾ ਕੀਤੀ। ਧਨ ਦਿੱਤਾ, ਬਸਤਰ ਦਿੱਤੇ, ਇਨਾਮ ਦਿੱਤੇ, ਕੋਈ ਕਸਰ ਨਾ ਛੱਡੀ। ਉਹਨਾਂ ਦੀ ਸੇਵਾ ਵੀ ਬਹੁਤ ਕੀਤੀ, ਉਹਨਾਂ ਨੂੰ ਐਂ ਠੀਕ ਠਾਕ ਕੀਤਾ, ਚੜ੍ਹਦੀ ਕਲਾ ਵਿੱਚ ਕੀਤਾ ਸੀ। ਉਹਨਾਂ ਦੀ ਬਹੁਤ ਪ੍ਰਤਪਾਲਣਾ ਕੀਤੀ। ਜੋ ਪਈ ਬਹੁਤ ਦਿਵਸ ਇਹ ਭਾਂਤ ਬਿਤਾਏ। ਇਸ ਤਰ੍ਹਾਂ ਬਹੁਤ ਦਿਨ ਅਸੀਂ ਅਨੰਦਪੁਰ ਸਾਹਿਬ ਵਿੱਚ ਰਹਿੰਦਿਆਂ ਬਤੀਤ ਕੀਤੇ। ਸੰਤ ਉਬਾਰ ਦੁਸ਼ਟ ਸਭ ਕਾਏ। ਸੰਤਾਂ ਦੀ ਰੱਖਿਆ ਕੀਤੀ ਤੇ ਦੁਸ਼ਟ ਜਿਹੜੇ ਬਹੁਤ ਅਸਾਂ ਨੇ ਘਾਏ ਮਾਰੇ। ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਤੇ ਆਏ। ਮਹਾਰਾਜ ਜੀ ਨੇ ਕਿਹਾ ਹੈ, ਯਾਹੀ ਕਾਜ ਧਰਾ ਹਮ ਜਨਮੰ, ਸਮਝ ਲਿਓ ਸਾਧੂ ਸਭ ਮਨ ਮੰਗ। ਧਰਮ ਚਲਾਵਣ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਬਹੁਤ ਸੰਤਾਂ ਦੀ ਅਸੀਂ ਰੱਖਿਆ ਕੀਤੀ ਤੇ ਦੁਸ਼ਟ ਬੇਅੰਤੀ ਮਾਰੇ। ਟਾਂਗ ਕਰ ਹਨੇ ਨਿਦਾਨਾ। ਜਿਹੜੇ ਕੋਈ ਦੁਸ਼ਟ ਸਨ ਨਜ਼ਰੀ ਆਏ, ਉਹਨਾਂ ਨੂੰ ਟੰਗ ਕੇ ਫਾਂਸੀ ਦੇ ਕੇ ਗੁਰੂ ਸਾਹਿਬ ਕਹਿੰਦੇ ਅੰਤ ਨੂੰ ਅਸਾਂ ਨੇ ਮਾਰੇ ਹੈ, ਨਾਸ ਕੀਤੇ ਹੈ, ਖਤਮ ਕੀਤੇ। ਦੁਸ਼ਟਾਂ ਨੂੰ ਨਾਸ ਕਰਨ ਵਾਸਤੇ ਤੇ ਅਸੀਂ ਆਏ ਸਾਂ। ਕੂਕਰ ਜਿਮ ਤਿਨ ਤਜੇ ਪਰਾਨਾ। ਉਹਨਾਂ ਨੂੰ ਇਹੋ ਜਿਹਾ ਟੰਗ ਕੇ ਖਤਮ ਕੀਤਾ ਹੈ, ਜਿਵੇਂ ਗੁਰੂ ਸਾਹਿਬ ਕਹਿੰਦੇ ਕੁੱਤਾ ਹੈ ਨਾ, ਉਹ ਜਿਵੇਂ ਕੁੱਤਾ ਜਿਹੜਾ ਹੈ ਚੀਕਾਂ ਮਾਰਦਾ ਹੈ, ਤੰਗ ਹੋਇਆ, ਪਰੇਸ਼ਾਨ ਹੋਇਆ, ਤੇ ਉਹ ਪ੍ਰਾਣ ਛੱਡਦਾ ਕੁੱਤਾ, ਐਵੇਂ ਕੁੱਤਿਆਂ ਵਾਂਗ ਉਹਨਾਂ ਦੁਸ਼ਟਾਂ ਨੇ ਪ੍ਰਾਣ ਛੱਡੇ ਸਾਡੇ ਹੱਥੋਂ ਮਰ ਕੇ। ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਭੰਗਾਣੀ ਜੁਧ ਵਰਣਨੰ ਨਾਮ ਅਸ਼ਟਮ ਧਿਆਏ।
ਸਮਾਪਤ ਮਸਤ ਸੁਭ ਮਸਤ ਅਫਜੂ। ਇੱਥੇ ਇਤੀ ਕਹੀਏ, ਇੱਥੇ ਸ੍ਰੀ ਬਚਿੱਤਰ ਨਾਟ ਗ੍ਰੰਥ ਦੇ ਵਿੱਚ ਜਿਹੜਾ ਨਾਮ ਅਸ਼ਟਮੋਂ ਅਧਿਆਏ ਹੈ, 8ਵੇਂ ਨਾਮ ਦੇ ਅਧਿਆਏ ਜਿਹੜਾ ਹੈ ਉਹ ਸਮਾਪਤ ਹੋਇਆ ਹੈ, ਜਿਹਦੇ ਵਿੱਚ ਭੰਗਾਣੀ ਯੁੱਧ ਵਰਣਨ, ਜਿਹਦੇ ਵਿੱਚ ਭੰਗਾਣੀ ਸਾਹਿਬ ਦਾ ਯੁੱਧ ਵਰਣਨ ਖਾਲਸਾ ਜੀ ਅਸਾਂ ਨੇ ਕੀਤਾ ਹੈ। ਇੱਥੇ 8ਵਾਂ ਅਧਿਆਏ ਸਮਾਪਤ ਹੋਇਆ ਹੈ। ਸਮਾਪਤ ਮਸਤ, ਸਮਾਪਤ ਹੈ ਸੁਭ ਮਸਤ, ਜੋ ਸ੍ਰੇਸ਼ਟ ਅਧਿਆਏ ਹੈ, ਮਸਤ ਕਹੀਏ ਪੂਰਾ ਹੋਇਆ। ਅਫਜੂ, ਐਵੇਂ ਇੱਥੇ ਬਚਿੱਤਰ ਨਾਟ ਗ੍ਰੰਥ ਦੀਆਂ ਅਫਜੂ ਕਹੀਏ ਜੋੜ 320 ਛੰਦ ਹੋ ਗਏ ਹਨ, ਅਤੇ ਅਫਜੂ ਕਹੀਏ ਅੱਗੇ ਹੋਰ ਚੱਲਦਾ ਪ੍ਰਸੰਗ ਹੈ। ਅੱਗੇ ਸਤਿਗੁਰੂ ਮਹਾਰਾਜ ਜੀ ਦਾ ਜਿਵੇਂ 9ਵਾਂ ਅਧਿਆਏ ਬਚਿੱਤਰ ਨਾਟ ਗ੍ਰੰਥ ਦਾ ਆਏਗਾ, ਉਹ ਆਪਾਂ ਕੱਲ੍ਹ ਦੀ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਇੱਥੇ ਆਪਾਂ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਹੈ, ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖੇਮਾ ਵਿਚਾਰਾਂ ਦੀ ਸਮਾਪਤੀ। ਬਹੁਤ ਦਿਵਸ ਇਹ ਭਾਂਤ ਬਿਤਾਏ, ਸੰਤ ਉਬਾਰ ਦੁਸ਼ਟ ਸਭ ਕਾਏ। ਟਾਂਗ ਟਾਂਗ ਕਰ ਹਨੇ ਨਿਦਾਨਾ, ਕੂਕਰ ਜਿਮ ਤਿਨ ਤਜੇ ਪਰਾਨਾ। ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ, ਭੰਗਾਣੀ ਯੁੱਧ ਵਰਣਨੰ ਨਾਮ ਅਸ਼ਟਮ ਅਧਿਆਏ। ਸਮਾਪਤ ਮਸਤ ਸੁਭ ਮਸਤ ਅਫਜੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।